ਸਤਿ ਸ਼੍ਰੀ ਅਕਾਲ ਜੀ। ਮੁੱਦਾ ਗਰਮ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਮਨਪ੍ਰੀਤ ਕੌਰ ਤੇ ਅੱਜ ਅਸੀਂ ਮੁੱਦਾ ਜੋ ਲੈ ਕੇ ਆਏ ਹਾਂ, ਹਾਲਾਂਕਿ ਇੱਥੇ ਬਹੁਤ ਵਾਰ ਵਿਚਾਰਾਂ ਹੋ ਚੁੱਕੀਆਂ ਨੇ, ਗੱਲਬਾਤ ਵੀ ਹੋ ਚੁੱਕੀ ਹੈ, ਪਰ ਦਿੱਕਤ ਇਹ ਹੈ ਕਿ ਮਸਲਾ ਹੱਲ ਨਹੀਂ ਹੁੰਦਾ ਹੈ। ਸੋ ਅਸੀਂ ਗੱਲ ਕਰਨ ਜਾ ਰਹੇ ਹਾਂ ਅੱਜ ਵੀ ਜੋ ਰੁਜ਼ਗਾਰ ਨਹੀਂ ਮਿਲਦਾ ਹੈ ਨੌਜਵਾਨਾਂ ਨੂੰ, ਜਾਂ ਪੰਜਾਬ ਦੇ ਵਿੱਚ ਰੁਜ਼ਗਾਰ ਦੇ ਕਿੰਨੇ ਕੁ ਮੌਕੇ ਨੇ ਜਾਂ ਨੌਕਰੀਆਂ ਕਿੰਨੀਆਂ ਕੁ ਮਿਲਦੀਆਂ ਨੇ। ਜਿਹੜੇ ਨੌਜਵਾਨ ਨੇ ਉਹ ਕੀ ਸੋਚਦੇ ਨੇ, ਸਰਕਾਰਾਂ ਦੇ ਨੁਮਾਇੰਦਿਆਂ ਨਾਲ ਤਾਂ ਆਪਾਂ ਪਹਿਲੇ ਵੀ ਗੱਲ ਕਰ ਚੁੱਕੇ ਹਾਂ, ਪਰ ਇੱਥੇ ਜਿਹੜੇ ਨੌਜਵਾਨ ਨੇ, ਜੋ ਪੰਜਾਬ ਦੇ ਨੌਜਵਾਨ ਨੇ, ਉਹ ਪੰਜਾਬ ਦੇ ਵਿੱਚ ਰੁਜ਼ਗਾਰ ਨੂੰ ਲੈ ਕੇ, ਨੌਕਰੀਆਂ ਨੂੰ ਲੈ ਕੇ ਕੀ ਸੋਚਦੇ ਨੇ ਜਾਂ ਉਹਨਾਂ ਦਾ ਕੀ ਮੰਨਣਾ ਹੈ, ਕੀ ਵਿਊਜ਼ ਨੇ ਉਹਨਾਂ ਦੇ, ਉਹਨਾਂ ਬਾਰੇ ਅੱਜ ਗੱਲ ਕਰਾਂਗੇ। ਤਾਂ ਸਾਡੇ ਨਾਲ ਜਿਹੜੇ ਨੇ ਗੈਸਟ ਬਣ ਚੁੱਕੇ ਨੇ ਪ੍ਰੋਫੈਸਰ ਕੋਮਲ ਗੁਰਨੂਰ ਸਿੰਘ ਜੀ, ਜੋ ਕਿ ਇੱਕ ਯੂਥ ਲੀਡਰ ਨੇ। ਇਸ ਤੋਂ ਇਲਾਵਾ ਸਾਡੇ ਨਾਲ ਹਰਸ਼ ਸ਼ਰਮਾ ਜੀ ਨੇ, ਜੋ BJYM ਦੇ ਲੀਡਰ ਨੇ। ਪ੍ਰਭਜੋਤ ਸਿੰਘ ਧਾਲੀਵਾਲ ਜੀ ਸਾਡੇ ਨਾਲ ਬਣ ਚੁੱਕੇ ਨੇ, ਯੂਥ ਅਕਾਲੀ ਦਲ ਦੇ ਲੀਡਰ ਨੇ। ਸੋ ਇਹ ਬਿਲਕੁਲ ਅੱਜ ਅਸੀਂ ਗੱਲ ਕਰਾਂਗੇ ਕਿ ਜਿਹੜਾ ਨੌਜਵਾਨਾਂ ਨੂੰ ਜਿਹੜਾ ਕਿਹਾ ਜਾ ਰਿਹਾ ਰੁਜ਼ਗਾਰ ਨਹੀਂ ਮਿਲ ਰਿਹਾ, ਵਾਅਦੇ ਕੀਤੇ ਜਾਂਦੇ ਆ ਸਰਕਾਰਾਂ ਤੇ, ਕਈ ਵਾਰ ਅਸੀਂ ਸਵਾਲ ਚੁੱਕੇ ਨੇ, ਪਰ ਅੱਜ ਅਸੀਂ ਸਰਕਾਰਾਂ ਦੀ ਜ਼ਿਆਦਾ ਗੱਲ ਨਹੀਂ ਕਰਾਂਗੇ, ਇਸ ਨੂੰ ਰਾਜਨੀਤੀ ਲਈ ਨਹੀਂ, ਬਲਕਿ ਇਹ ਦੇਖਾਂਗੇ ਕਿ ਜਿਹੜੇ ਨੌਜਵਾਨ ਨੇ ਪੰਜਾਬ ਦੇ ਉਹ ਕੀ ਸੋਚਦੇ ਨੇ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਮੁੱਦਾ ਗਰਮ ਪ੍ਰੋਗਰਾਮ ਦੇ ਵਿੱਚ। ਸੋ ਸਭ ਤੋਂ ਪਹਿਲੇ ਤੇ ਗੁਰਨੂਰ ਜੀ, ਤੁਹਾਡੇ ਤੋਂ ਇਹ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਦੇ ਨਾਲ ਅਸੀਂ ਸੋਚਦੇ ਹਾਂ ਪੰਜਾਬ ਦੇ ਵਿੱਚ ਬਹੁਤ ਕੁਝ ਹੋ ਰਿਹਾ ਹੈ, ਜਿਸ ਤਰ੍ਹਾਂ ਦੇ ਨਾਲ ਸਿਆਸੀ ਗੱਲਾਂ ਤੇ ਆਪਾਂ ਪਹਿਲੇ ਵੀ ਕਰ ਚੁੱਕੇ ਹਾਂ, ਪਰ ਅੱਜ ਸਿਰਫ ਆਪਾਂ ਨੌਜਵਾਨਾਂ ਦੀ ਗੱਲ ਕਰੀਏ, ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦੇ ਵਿੱਚ ਜੋ ਰੁਜ਼ਗਾਰ ਦੇ ਮੌਕੇ ਨੇ ਜਾਂ ਜੋ ਨੌਕਰੀਆਂ ਕਿਹਾ ਜਾਂਦਾ ਹੈ, ਚਾਹੇ ਉਹ ਸਰਕਾਰਾਂ ਵੱਲੋਂ ਹੋਣ ਜਾਂ ਆਪਣੇ ਬਲਬੂਤੇ ਤੇ, ਕਿੱਦਾਂ ਦੇ ਮੌਕੇ ਨੇ, ਕੀ ਚੁਣੌਤੀਆਂ ਨੇ ਇੱਥੇ ਰੁਜ਼ਗਾਰ ਪਾਉਣ ਦੇ ਲਈ ਨੌਜਵਾਨਾਂ ਦੇ ਲਈ? ਮਨਪ੍ਰੀਤ ਜੀ, ਸਭ ਤੋਂ ਪਹਿਲਾਂ ਤਾਂ ਦੇਖੋ, ਸਾਨੂੰ ਚਿੰਤਾ ਕਰਨ ਦੀ ਲੋੜ ਹੈ ਕਿ ਜਿਹੜੀਆਂ ਰਿਪੋਰਟਸ ਬੋਲ ਰਹੀਆਂ ਨਾ, ਆਫੀਸ਼ੀਅਲ ਰਿਪੋਰਟਸ ਬੋਲ ਰਹੇ ਕਿ ਹਰ ਸਾਲ 1.5 ਲੱਖ ਬੱਚਾ ਪੰਜਾਬ ਛੱਡ ਕੇ ਜਾ ਰਿਹਾ ਜੀ। ਤੇ ਉਹ ਕਿਉਂ ਛੱਡ ਕੇ ਜਾ ਰਿਹਾ? ਕਿਉਂਕਿ ਉਹਦੇ ਕੋਲ ਨੌਕਰੀ ਨਹੀਂ ਹੈਗੀ, ਰੋਜ਼ਗਾਰ ਦੇ ਸਾਧਨ ਨਹੀਂ ਹੈਗੇ। ਤੇ ਦੁੱਖ ਦੀ ਗੱਲ ਇਹ ਹੈ, ਤੁਸੀਂ ਸ਼ੁਰੂ ਚ ਪਹਿਲੇ ਕਿਹਾ ਕਿ ਅਸੀਂ ਪੋਲੀਟੀਕਲ ਗੱਲ ਨਹੀਂ ਕਰਨੀ, ਪਰ ਪੋਲੀਟੀਕਲੀ ਜੁੜ ਜਾਣੀ ਹੈ, ਕਿਉਂਕਿ ਆਪਾਂ ਜਦੋਂ ਸਰਕਾਰਾਂ ਤੇ ਸਵਾਲ ਕਰਨਾ ਤੇ ਉਹ ਸਿਆਸਤ ਵਿੱਚ ਆਈ ਜਾਣੀ ਹੈ। ਤੇ ਦੁੱਖ ਦੀ ਗੱਲ ਇਹ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਅੱਜ ਤੱਕ ਇਸ ਗੱਲ ਦੀ ਚਿੰਤਾ ਨਹੀਂ ਜਤਾਈ ਕਿ ਜਿਹੜਾ ਸਾਡੇ ਪੰਜਾਬ ਦੀ ਰੀੜ੍ਹ ਦੀ ਹੱਡੀ ਟੁੱਟ ਰਹੀ, ਉਹਨੂੰ ਬਚਾਇਆ ਕਿਵੇਂ ਜਾਵੇ, ਕਿਉਂਕਿ ਨੌਜਵਾਨ ਹਰ ਸੂਬੇ ਦੀ ਰੀੜ੍ਹ ਦੀ ਹੱਡੀ ਹੁੰਦਾ। ਜੇ ਸੂਬੇ ਨੇ ਤਰੱਕੀ ਕਰਨਾ, ਦੇਸ਼ ਨੇ ਤਰੱਕੀ ਕਰਨਾ, ਤੇ ਨੌਜਵਾਨਾਂ ਦੇ ਸਿਰ ਤੇ ਤਰੱਕੀ ਕਰਦਾ। ਪਰ ਸਾਡਾ ਨਾ ਸਰਕਾਰ ਦਾ ਧਿਆਨ ਹੈ, ਨਾ ਸਾਡੀ ਲੀਡਰਸ਼ਿਪ ਦਾ ਧਿਆਨ ਹੈ। ਤੇ ਕਈ ਵਾਰੀ ਮੈਂ ਇਹ ਸੋਚਦਾ ਕਿ ਜਿਹੜੀ ਸਾਡੀ ਲੀਡਰਸ਼ਿਪ ਹੈ ਨਾ, ਇਹ ਆਪ ਹੀ ਨਹੀਂ ਚਾਹੁੰਦੀ ਕਿ ਨੌਜਵਾਨ ਇੱਥੇ ਰਵੇ, ਕਿਉਂਕਿ ਉਹਨੂੰ ਪਤਾ ਹੈ ਕਿ ਜੇ ਸਾਡੇ ਨਾਲ ਟਾਕਰਾ ਲੈ ਸਕਦਾ, ਸਾਡੇ ਨਾਲ ਲੜਾਈ ਲੜ ਸਕਦਾ, ਆਪਣੇ ਹੱਕ ਦੀ ਕੋਈ ਲੜਾਈ ਲੜ ਸਕਦਾ, ਕੋਈ ਵਰਗ ਲੜਾਈ ਲੜ ਸਕਦਾ, ਤਾਂ ਸਿਰਫ ਨੌਜਵਾਨ ਹੈ। ਉਹ ਕਹਿੰਦੇ ਆ ਪਹਿਲੀ ਨੌਜਵਾਨ ਨੂੰ ਨਿਰਾਸ਼ਾ ਦਾ ਪੀੜਿਤ ਬਣਾ ਕੇ ਇਸ ਸੂਬੇ ਤੋਂ ਬਾਹਰ ਭੇਜ ਦਿਓ। ਤੇ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ, ਜਿਹਦੇ ਕਰਕੇ ਪੇਰੈਂਟਸ ਵੀ ਮਜਬੂਰ ਹੋ ਚੁੱਕੇ ਆ। ਆਪਣੇ ਆਲੇ ਦੁਆਲੇ ਦੇਖਦੇ ਆ, ਜਦੋਂ ਉਹਨਾਂ ਦੇ ਬੱਚੇ ਪੜ੍ਹ ਲਿਖ ਕੇ, ਮਾਸਟਰਸ ਕਰਕੇ, PhD ਕਰਕੇ ਦਿਹਾੜੀਆਂ ਕਰਨ ਤੇ ਮਜਬੂਰ ਹੋ ਜਾਣ, ਤੇ ਤੁਸੀਂ ਦੱਸੋ ਉਹਨਾਂ ਪੇਰੈਂਟਸ ਤੇ ਕੀ ਬੀਤਦੀ ਹੋਊਗੀ ਕਿ ਅਸੀਂ ਕਰਜ਼ਾ ਚੱਕ ਕੇ ਆਪਣੇ ਬੱਚਿਆਂ ਨੂੰ ਪੜ੍ਹਾਇਆ ਹੋਇਆ। ਤੇ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਨਾ ਤਾਂ ਸਾਡੀ ਸਰਕਾਰਾਂ ਨੇ ਨੌਜਵਾਨਾਂ ਦੀ ਬਾਹ ਫੜੀ, ਨਾ ਉਹਨਾਂ ਨੂੰ ਹੱਕ ਦਿੱਤੇ, ਨਾ ਰੋਜ਼ਗਾਰ ਵੱਧ ਦੇਣ ਦੇ ਸਾਧਨ ਬਣਾਏ। ਤੁਸੀਂ ਇਹ ਦੇਖੋ ਮਨਪ੍ਰੀਤ ਜੀ, ਸਾਡੇ ਇੱਥੇ ਇੰਡਸਟਰੀਆਂ ਛੱਡ ਕੇ ਭੱਜ ਰਹੀਆਂ। ਇਹਨਾਂ ਨੇ ਦੱਸੋ ਕਿਹੜੀ ਇੰਡਸਟਰੀ ਦੀ ਬਾਹ ਫੜੀ? ਕਿਉਂਕਿ ਜੇ ਰੋਜ਼ਗਾਰ ਦੇ ਤੁਸੀਂ ਸਾਧਨ ਨਹੀਂ ਵਧਾਓਗੇ, ਪਾਲਿਸੀਜ਼ 'ਚ ਰਿਫਾਰਮ ਨਹੀਂ ਲੈ ਕੇ ਆਓਗੇ, ਤੇ ਨੌਜਵਾਨਾਂ ਨੂੰ ਤੁਸੀਂ ਆਸ ਦੀ ਕਿਰਨ ਕਿਵੇਂ ਦਿਖਾਓਗੇ? ਅੱਜ ਤੁਸੀਂ ਇੰਡਸਟਰੀਅਲਾਂ ਨੂੰ ਵੀ 10 ਰੁਪਏ ਯੂਨਿਟ ਬਿਜਲੀ ਦੇ ਰਹੇ ਹੋ, ਜਦ ਕਿ 17 ਚ ਤੁਸੀਂ ਵਾਅਦਾ ਕੀਤਾ ਸੀ ਅਸੀਂ 5 ਰੁਪਏ ਯੂਨਿਟ ਬਿਜਲੀ ਦੇਵਾਂਗੇ। ਤੇ ਜਿਹਦੇ ਕਰਕੇ ਇੰਡਸਟਰੀ ਇਫੈਕਟ ਹੋ ਗਈ। ਇੰਡਸਟਰੀ ਕਹਿੰਦੇ ਇਸ ਤੋਂ ਚੰਗਾ ਹਿਮਾਚਲ ਜਾ ਕੇ ਆਪਣੀ ਇੰਡਸਟਰੀ ਲਾ ਲੈਂਦੇ ਆ, ਬਾਹਰ ਜਾ ਕੇ ਲਾ ਲੈਂਦੇ ਆ, ਤੇ ਇੱਥੋਂ ਇੰਡਸਟਰੀ ਵੀ ਖਤਮ ਹੋ ਰਹੀ ਹੈ, ਨੌਜਵਾਨਾਂ ਕੋਲ ਨੌਕਰੀ ਨਹੀਂ ਹੈਗੀ, ਤੇ ਮਾਫੀਆ ਰਾਜ ਚੱਲ ਰਿਹਾ, ਜਿਹਦੇ ਕਰਕੇ ਨੌਜਵਾਨ ਅੱਜ ਮਾਯੂਸ ਬੈਠਾ। ਬਿਲਕੁਲ ਬਿਲਕੁਲ ਗੁਰਨੂਰ ਜੀ, ਸਹੀ ਕਿਹਾ ਤੁਸੀਂ। ਬੇਸ਼ੱਕ ਅਸੀਂ ਰਾਜਨੀਤੀ ਨਾਲ ਨਾ ਜੁੜੀਏ, ਪਰ ਕਿਤੇ ਨਾ ਕਿਤੇ ਇਹ ਸਵਾਲ ਜਿਹੜੇ ਨੇ ਇੱਕ ਵਾਰ ਫਿਰ ਤੋਂ ਸਰਕਾਰਾਂ ਤੇ ਉੱਠਦੇ ਨੇ। ਹਰਸ਼ ਜੀ, ਅਸੀਂ ਸਵੈ ਰੋਜ਼ਗਾਰ ਦੀ ਜੇਕਰ ਗੱਲ ਕਰੀਏ, ਸਵੈ ਰੋਜ਼ਗਾਰ ਨੂੰ ਲੈ ਕੇ ਤੁਹਾਨੂੰ ਕਿੱਦਾਂ ਲੱਗਦਾ ਹੈ ਕਿ ਉੱਦਾਂ ਦੀ ਪੜ੍ਹਾਈ ਜਾਂ ਉੱਦਾਂ ਦਾ ਜਿਹੜਾ ਜਾਗਰੂਕਤਾ ਹੋਣੀ ਚਾਹੀਦੀ ਹੈ ਨੌਜਵਾਨਾਂ ਦੇ ਵਿੱਚ, ਉਹ ਹੈਗੀ ਹੈ ਕਿ ਉਹ ਸਵੈ ਰੋਜ਼ਗਾਰ ਕਰ ਸਕਣ, ਜਾਂ ਉਹਦੇ ਲਈ ਵੀ ਇੱਥੇ ਕਾਫੀ ਚੁਣੌਤੀਆਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ? ਦੇਖੋ ਮੈਡਮ, ਇਸ ਤਰ੍ਹਾਂ ਮਨਪ੍ਰੀਤ ਜੀ, ਵੀ ਜਿਹੜੀ ਤੁਸੀਂ ਸਵੈ ਰੋਜ਼ਗਾਰ ਦੀ ਗੱਲ ਕੀਤੀ ਹੈ, ਉਹਦੇ 'ਚ ਵੀ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ। ITIs ਸਰਕਾਰ ਨੇ ਕਈ ਤਰ੍ਹਾਂ ਦੀਆਂ ਖੋਲੀਆਂ, ਲੇਕਿਨ ਉਹਨਾਂ 'ਚ ਵੀ ਸੀਟਸ ਖਾਲੀ ਪਈਆਂ, ਕਿਉਂਕਿ ਜਿਹੜਾ ਵਿਦਿਆਰਥੀ ਆ, ਸਟੂਡੈਂਟ ਹੈ, ਉਹਨੂੰ ਲੱਗਦਾ ਵੀ ਜੇ ਮੈਂ IELTS ਪਾਸ ਕਰ ਲਾਂ ਤੇ ਮੈਂ ਜ਼ਿਆਦਾ, ਮੇਰਾ ਫਿਊਚਰ ਬੈਟਰ ਹੈ, ਮੈਂ ਬਾਹਰ ਜਾ ਸਕਦਾ। ਕਿ ਇਹ ਕੰਪੈਰੀਟਿਵਲੀ ਜੇ ਮੈਂ ਕੋਈ ਕੋਰਸ ITI ਤੋਂ ਕਰਦਾ, ਤਾਂ ਉਹਨੂੰ ਲੱਗਦਾ ਵੀ ਉਹਦਾ ਨਾਲ ਉਹਨੂੰ ਇੱਥੇ ਰਹਿ ਕੇ ਕੋਈ ਉਹਦਾ ਫਿਊਚਰ ਨਹੀਂ ਹੈ। ਇਸ ਤਰ੍ਹਾਂ ਦੀ ਇੱਕ ਸੋਚ ਹਰ ਬੰਦੇ ਦੇ ਮਨ ਦੇ ਵਿੱਚ ਘਰ ਕਰ ਚੁੱਕੀ ਹੈ, ਹਰ ਪੰਜਾਬੀ ਦੇ ਕਹਿ ਲਾਂਗੇ, ਚਾਹੇ ਉਹ ਮਿਡਲ ਕਲਾਸ ਹੈ, ਚਾਹੇ ਅਪਰ ਮਿਡਲ ਕਲਾਸ ਹੈ, ਲੋਅਰ ਮਿਡਲ ਕਲਾਸ ਹੈ। ਈਵਨ ਕਿ ਬਿਊਰੋਕਰੈਟਸ ਦੇ ਬੱਚੇ ਵੀ ਜੇ ਤੁਸੀਂ ਅੱਜ ਕੱਲ੍ਹ ਦੇਖੋਗੇ, ਜਾਂ ਜਿਹੜੇ ਪੋਲੀਟੀਕਲ ਲੀਡਰਸ ਹੈ, ਜਾਂ ਜਿਹੜੇ ਹੋਰ ਹੈ ਬਿਊਰੋਕਰੈਟਸ, ਉਹਨਾਂ ਦੇ ਆਪਣੇ ਬੱਚੇ ਵੀ ਕੈਨੇਡਾ ਅਮਰੀਕਾ ਵੱਲ ਦੀ ਤਿਆਰੀਆਂ ਕਰਕੇ ਬੈਠੇ ਆ। ਸੋ ਇੱਕ ਤਰ੍ਹਾਂ ਦੇ ਮਨ 'ਚ ਗੱਲ ਘਰ ਕਰ ਗਈ ਹੈ
ਪਿਛਲੇ ਸਰਕਾਰ ਨੇ ਰੋਜ਼ਗਾਰ ਮੇਲੇ ਲਾਏ ਸੀਗੇ ਅਸੀਂ ਸਾਰਿਆਂ ਨੇ ਦੇਖੇ ਪੂਰੇ ਪੰਜਾਬ 'ਚ। ਲੁਧਿਆਣੇ ਦੇ ਵਿੱਚ ਵੀ ਇੱਕ ITI ਕਾਲਜ ਰਿਸ਼ੀਨਗਰ 'ਚ ਮੇਲਾ ਲੱਗਿਆ ਸੀ, ਉੱਥੇ ਮੇਰਾ ਇੱਕ ਨੋਨ ਬੰਦਾ ਗਿਆ ਤੇ ਉਹਨੂੰ ਨੌਕਰੀ ਦੇ ਰਹੇ ਸੀ ਉੱਥੇ ਕੰਪਨੀ ਵਾਲੇ 8500 ਰੁਪਏ ਦੀ, ਔਰ ਕਹਿੰਦੇ ਸੀ ਤੁਸੀਂ ਭੁਵਨੇਸ਼ਵਰ ਉੜੀਸਾ ਜਾ ਕੇ ਜੁਆਇਨ ਕਰਨਾ। ਸੋ ਉਹ ਇਸ ਤਰ੍ਹਾਂ ਦਾ ਮਜ਼ਾਕ ਜਦੋਂ ਇੱਥੇ ਦੇ ਰਹਿਣ ਵਾਲੇ ਬੱਚਿਆਂ ਨਾਲ ਹੋਏਗਾ ਤੇ ਆਫਟਰ ਆਲ ਉਹਨਾਂ ਦੇ ਮਨ 'ਚ ਆਏਗਾ ਹੀ ਵੀ ਇਹ ਇਸ ਤਰ੍ਹਾਂ ਦੇ ਕੋਰਸ ਕੋਈ ਛੋਟੇ-ਮੋਟੇ ਕਰਕੇ ਸਾਡਾ ਇੱਥੇ ਫਿਊਚਰ ਨਹੀਂ ਹੈ। ਸੋ ਕੋਸ਼ਿਸ਼ ਉਹਨਾਂ ਦੀ ਜਾਰੀ ਰਹਿੰਦੀ ਹੈ ਵੀ ਅਸੀਂ ਆਈਲੈਟਸ ਕਰ ਲਈਏ, ਕਿਸੇ ਤਰੀਕੇ ਸਾਡੇ ਬੈਂਡ ਆ ਜਾਣ ਤੇ ਅਸੀਂ ਫਟਾਫਟ ਪੰਜਾਬ ਤੋਂ ਛੱਡ ਕੇ ਕੈਨੇਡਾ ਨੂੰ ਪਹੁੰਚੀਏ। ਇਸ ਤਰ੍ਹਾਂ ਦੀ ਸੋਚ ਮਨ 'ਚ ਘਰ ਕਰ ਗਈ ਹੈ। ਇਹਦਾ ਇੱਕ ਵੱਡਾ ਕਾਰਨ ਮਨਪ੍ਰੀਤ ਜੀ ਮੈਂ ਦੇਖਦਾ ਵੀ ਤੁਸੀਂ ਗੱਲ ਪਹਿਲਾਂ ਜਿੱਦਾਂ ਗੁਰਨੂਰ ਜੀ ਵੀ ਕਹਿ ਰਹੇ ਸੀ, ਤੁਸੀਂ ਵੀ ਕਹੀ ਪੋਲੀਟੀਕਲੀ ਨਹੀਂ ਹੋਣੀ ਚਾਹੀਦੀ, ਪਰ ਮੈਂ ਸਾਰਿਆਂ ਨੂੰ ਵੀ ਇਹਦੇ 'ਚ ਮੰਨਦਾ ਵੀ ਮੈਂ ਕਿਸੇ ਇੱਕ ਸਰਕਾਰ ਦੀ ਗੱਲ ਨਹੀਂ ਕਰਦਾ। ਪਿਛਲੇ ਲੰਬੇ ਸਮੇਂ ਦੇ ਵਿੱਚ ਸਰਕਾਰ ਦੀਆਂ ਪਾਲਿਸੀਆਂ ਜਿਹੜੀਆਂ ਰਹੀਆਂ ਰੋਜ਼ਗਾਰ ਨੂੰ ਲੈ ਕੇ, ਪੰਜਾਬ ਦੇ ਵਿੱਚ ਇੰਪਲੋਇਮੈਂਟ ਨੂੰ ਲੈ ਕੇ, ਉਹ ਜ਼ਿਆਦਾਤਰ ਕਾਗਜ਼ਾਂ ਦੇ ਵਿੱਚ ਹੀ ਹੈ। ਚਾਹੇ ਇਨਵੈਸਟ ਪੰਜਾਬ ਡਿਪਾਰਟਮੈਂਟ ਬਣਾਤਾ, ਇਨਵੈਸਟਮੈਂਟ ਪ੍ਰਮੋਸ਼ਨ ਕਾਉਂਸਲ ਬਣਾਤੀਆਂ, ਵੱਡੇ ਚੰਡੀਗੜ੍ਹ 'ਚ ਵੀ ਫੰਕਸ਼ਨ ਹੋ ਗਏ। ਇੱਕ ਮਹੀਨੇ ਪਹਿਲਾਂ ਸਾਡੇ CM ਸਾਹਿਬ ਨੇ ਉਹਨਾਂ ਦੇ ਬੋਰਡ ਆਫ ਗਵਰਨੈਂਸ ਹੈ ਜਿਹੜੇ ਇਨਵੈਸਟਮੈਂਟ ਪੰਜਾਬ ਦੀ, ਮੈਂ ਉਹਨਾਂ ਦੀ ਮੀਟਿੰਗ ਦੀ ਉਹ ਪੜ੍ਹ ਰਿਹਾ ਸੀਗਾ, ਵੀਡੀਓ ਕਾਨਫਰੰਸ ਨਾਲ ਹੋਈ ਆ, ਅਖਬਾਰ 'ਚ ਮੈਂ ਪੜ੍ਹ ਰਿਹਾ ਸੀ ਤੇ ਉਹਦੇ 'ਚ ਵੀ ਹਜੇ ਉਹ ਕਹਿ ਰਿਹਾ ਵੀ ਮੈਂ ਇਨਵੈਸਟ ਪੰਜਾਬ ਡਿਪਾਰਟਮੈਂਟ ਨੂੰ ਕਿਹਾ ਵੀ ਇਹਦਾ ਰੋਡ ਮੈਪ ਤਿਆਰ ਕੀਤਾ ਜਾਵੇ, ਇਨਵੈਸਟਮੈਂਟ ਦਾ ਰੈਡ ਟੇਪਿਜ਼ਮ ਨੂੰ ਦੂਰ ਕਰਨ ਦੀਆਂ ਗੱਲਾਂ ਕੀਤੀਆਂ ਜਾਣ। ਯਾਨੀ ਕਿ ਉਹ ਡਿਪਾਰਟਮੈਂਟ ਬਣੇ ਕਈ ਸਮਾਂ ਹੋ ਗਿਆ, ਲੇਕਿਨ 1 ਮਹੀਨੇ ਪਹਿਲਾਂ ਤੱਕ ਹਜੇ ਮੁੱਖ ਮੰਤਰੀ ਇਹੀ ਕਹਿ ਰਹੇ ਆ ਵੀ ਉਹਦਾ ਰੋਡ ਮੈਪ ਤਿਆਰ ਕੀਤਾ ਜਾਵੇ ਤੇ ਹਜੇ ਉਹ ਇਹ ਵੀ ਮੰਨਦੇ ਆ ਵੀ ਰੈਡ ਟੇਪਿਜ਼ਮ ਨੂੰ ਦੂਰ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾਣ। ਯਾਨੀ ਉਹ ਮੰਨਦੇ ਆ ਕਿ ਜਿਹੜੀ ਰੈਡ ਟੇਪਿਜ਼ਮ ਹੈ, ਲਾਲ ਫੀਤਾਸ਼ਾਹੀ ਹੈ, ਅਫਸਰਸ਼ਾਹੀ ਹੈ, ਉਹ ਹਾਵੀ ਹੈ ਔਰ ਐਕਚੁਅਲ ਦੇ ਵਿੱਚ ਵੀ ਇਹ ਪ੍ਰੋਬਲਮ ਹੈਗੀ ਆ। ਜੇ ਕੋਈ ਇੱਥੇ ਰਹਿੰਦਾ ਪੰਜਾਬੀ ਵੀ ਆਪਣੀ ਕੋਈ ਇੰਡਸਟਰੀ ਸ਼ੁਰੂ ਕਰਨ ਜਾਵੇ ਤੇ ਉਹਨੂੰ ਸਾਲੋਂ ਸਾਲ ਲੱਗ ਜਾਂਦੇ ਆ ਅਲੱਗ-ਅਲੱਗ ਡਿਪਾਰਟਮੈਂਟਾਂ ਤੋਂ ਕਲੀਅਰੈਂਸ ਲੈਣ ਲਈ, ਅਗਰ ਤੁਸੀਂ ਕੋਈ ਨਵਾਂ ਵਪਾਰ, ਨਵੀਂ ਕੋਈ ਇੰਡਸਟਰੀ ਸ਼ੁਰੂ ਕਰਨੀ ਹੈ। ਸਾਡੇ ਇੱਕ ਨੋਨ ਹੈ, ਪਿਛਲੇ 1 ਸਾਲ ਤੋਂ ਲੁਧਿਆਣੇ ਦੇ ਵਿੱਚ ਫਰਨੈਸ ਖੋਲਣ ਦੀ ਉਹਨਾਂ ਦੀ ਪਲੈਨਿੰਗ ਹੈ, ਪਰ 1 ਸਾਲ ਹੋ ਗਿਆ ਹਜੇ ਤੱਕ ਡਿਪਾਰਟਮੈਂਟਾਂ ਦੀਆਂ ਪਰਮਿਸ਼ਨਾਂ ਹੀ ਨਹੀਂ ਸ਼ੁਰੂ ਹੋਈਆਂ। ਕਹਿਣ ਨੂੰ ਸਿੰਗਲ ਵਿੰਡੋ ਹੈ, ਕਹਿਣ ਨੂੰ ਬਿਊਰੋਕਰੈਟਸ ਕਹਿੰਦੇ ਆ ਜੀ ਤੁਸੀਂ ਆਓ ਜੀ ਅਸੀਂ 1 ਘੰਟੇ 'ਚ ਸਾਰੀਆਂ ਫਾਈਲਾਂ ਕਲੀਅਰ ਕਰ ਦਾਂਗੇ, ਲੇਕਿਨ ਸਾਲੋਂ ਸਾਲ ਲੱਗ ਜਾਂਦੇ ਆ। ਸਿਰਫ ਕਾਗਜ਼ਾਂ 'ਚ ਫਾਈਲਾਂ ਇੱਧਰ ਦੀ ਉੱਧਰ ਹੁੰਦੀਆਂ ਰਹਿੰਦੀਆਂ ਔਰ ਇਨ ਦਾ ਐਂਡ ਜਿਹੜਾ ਵਪਾਰੀ ਹੈ, ਜਿਹਨੇ ਪੈਸਾ ਇਨਵੈਸਟ ਕਰਨਾ, ਉਹਨੂੰ ਲੱਗਦਾ ਜਦੋਂ ਥੱਕ ਜਾਂਦਾ ਤੇ ਮੈਨੂੰ ਲੱਗਦਾ ਉਹਦੇ ਅੱਗੇ ਆਪਣੇ ਆਪ ਹੀ ਇਹ ਸਥਿਤੀ ਬਣ ਜਾਂਦੀ ਹੈ ਵੀ ਉਹ ਪੰਜਾਬ ਤੋਂ ਬਾਹਰ ਚਲ ਜਾਵੇ, ਕਿਉਂਕਿ ਪੰਜਾਬ ਦੇ ਵਿੱਚ ਲੰਬੇ ਸਮੇਂ ਤੋਂ ਐਸਾ ਮਾਹੌਲ ਬਣਿਆ ਹੋਇਆ। ਸਰਕਾਰਾਂ, ਪੋਲੀਟੀਕਲ ਲੀਡਰਸ਼ਿਪਸ ਜਿਹੜੀਆਂ ਪੂਰੀਆਂ ਮੈਂ ਕਹੂੰਗਾ ਉਦਾਸੀਨ ਹੈ, ਵਿਲ ਪਾਵਰ ਨਹੀਂ ਹੈਗੀ ਵੀ ਅਸੀਂ ਇਹ ਕੰਮ ਕਰਨਾ। ਕਾਗਜ਼ਾਂ 'ਚ ਸਕੀਮਾਂ ਬਣੀ ਜਾਂਦੀਆਂ ਲੇਕਿਨ ਵਪਾਰੀ ਪਰੇਸ਼ਾਨ ਹੈ। ਇਨਵੈਸਟਮੈਂਟ ਲਗਾ ਕੇ ਉਹਨੂੰ ਲੱਗਦਾ, ਕੋਈ ਵੀ ਵਪਾਰੀ ਹੋਵੇ, ਮੈਂ ਨਹੀਂ ਕਹਿੰਦਾ ਕੋਈ ਪੰਜਾਬੀ ਆ ਜਾਂ ਬਾਹਰੋਂ ਆਣਾ, ਹਰ ਇੱਕ ਦਾ ਮੋਟਿਵ ਇਹ ਹੁੰਦਾ ਪ੍ਰੋਫਿਟ ਮੈਨੂੰ ਕਿੱਦਾਂ ਮਿਲੇਗਾ। ਜਦੋਂ ਉਹਨੂੰ ਇਹ ਲੱਗਣ ਲੱਗ ਜਾਂਦਾ ਵੀ ਇੱਥੇ ਰਹਿ ਕੇ ਮੈਨੂੰ ਪ੍ਰੋਫਿਟ ਹੀ ਨਹੀਂ ਹੋਣਾ, ਮੇਰੀ ਇੰਡਸਟਰੀ ਇਹਨਾਂ ਨੇ ਲਾਲ ਫੀਤਾਸ਼ਾਹੀ, ਅਫਸਰਸ਼ਾਹੀ ਨੇ ਐਸੇ ਹਾਲਾਤ ਪੈਦਾ ਕਰ ਦੇਣੇ ਆ, ਤੇ ਫਿਰ ਉਹ ਆਪ ਹੀ ਇਨ ਦਾ ਐਂਡ ਹੱਥ ਜੋੜਨ ਵਾਲੀ ਪੋਜੀਸ਼ਨ 'ਚ ਪਹੁੰਚ ਜਾਂਦਾ। ਥੋੜੇ ਦਿਨ ਪਹਿਲਾਂ ਜਗਰਾਉਂ ਦੇ ਵਿੱਚ ਇੱਕ AP ਰਿਫਾਈਨਰੀ ਹੈ ਕੋਈ, ਮੈਂ ਉਹਦੀ ਨਿਊਜ਼ ਪੜ੍ਹ ਰਿਹਾ ਸੀ, 1000 ਕਰੋੜ ਦਾ ਗਰੁੱਪ ਹੈ ਉਹਨਾਂ ਦੀ ਵੀ। ਮੈਂ ਨਿਊਜ਼ ਇੱਥੇ ਇੱਕ ਵੈਬ ਚੈਨਲ ਤੇ ਦੇਖ ਰਿਹਾ ਸੀਗਾ ਵੀ ਉਹਨਾਂ ਨੇ ਸਰਕਾਰ ਤੋਂ ਤੰਗ ਆ ਕੇ ਆਪਣਾ ਬਿਜ਼ਨਸ ਬਾਹਰ ਲੈ ਕੇ ਜਾਣ ਦੀ ਪਲੈਨਿੰਗ ਕਰ ਲਈ ਹੈ। ਸੋ ਜਿਹੜੇ ਪੰਜਾਬ ਦੇ ਵੱਡੇ ਉਦਯੋਗਿਕ ਘਰਾਣੇ ਸੀ, ਚਾਹੇ ਉਹ ਟਰਾਈਡੈਂਟ ਗਰੁੱਪ ਸੀ, ਚਾਹੇ ਸਾਈਕਲ ਇੰਡਸਟਰੀ ਨਾਲ ਜੁੜੇ ਹੋਰ ਗਰੁੱਪਸ ਹੈ, ਉਹ ਵੀ ਜਿਹੜਾ ਨਵਾਂ ਯੂਨਿਟ ਲਾ ਰਹੇ ਆ ਪੰਜਾਬ ਤੋਂ ਬਾਹਰ ਜਾ ਕੇ ਲਾ ਰਹੇ ਆ। ਹਾਲਾਂਕਿ ਉਹ ਪੰਜਾਬ ਦੇ ਵਿੱਚ ਪਲੈਨਿੰਗ ਬੋਰਡਾਂ ਦੇ ਮੈਂਬਰ ਰਹਿ ਲਏ ਆ, ਪੰਜਾਬ ਦੇ ਵੱਡੇ ਸਿਆਸੀ ਲੀਡਰਾਂ ਦੇ ਨੇੜੇ ਰਹਿ ਲਏ ਆ, ਲੇਕਿਨ ਜਦੋਂ ਇੰਡਸਟਰੀ ਲਾਉਣ ਦੀ ਗੱਲ ਆਉਂਦੀ ਹੈ, ਚਾਹੇ ਅਪਾਰਟ ਫਰੋਮ ਐਨੀ ਗਵਰਨਮੈਂਟ, ਚਾਹੇ ਕੋਈ ਵੀ ਹੋਵੇ, ਉਹ ਇੰਡਸਟਰੀ ਜਦੋਂ ਲਾਉਂਦੇ ਆ, ਇਨਵੈਸਟਮੈਂਟ ਕਰਦੇ ਆ ਤਾਂ ਪੰਜਾਬ ਤੋਂ ਬਾਹਰ ਜਾ ਕੇ ਕਰਦੇ ਆ। ਯਾਨੀ ਇਹ ਸਿੱਧਾ ਨਜ਼ਰ ਆਉਂਦਾ ਵੀ ਪੰਜਾਬ 'ਚ ਸਰਕਾਰਾਂ ਉਸ ਤਰ੍ਹਾਂ ਦਾ ਮਾਹੌਲ ਦੇ ਨਹੀਂ ਪਾ ਰਹੀਆਂ ਜਿਸ ਤਰ੍ਹਾਂ ਦਾ ਵਪਾਰੀਆਂ ਨੂੰ ਚਾਹੀਦਾ। ਬਿਲਕੁਲ ਪ੍ਰਭਜੋਤ ਜੀ, ਹੁਣ ਤੁਹਾਡੇ ਵੱਲ ਆਉਂਦੇ ਆ। ਗੱਲ ਤਾਂ ਹੋ ਗਈ ਇੱਥੇ ਸਵੈ ਰੋਜ਼ਗਾਰ ਦੀ, ਪਰ ਜਿੱਦਾਂ ਹੁਣੇ ਹਰਸ਼ ਜੀ ਨੇ ਕਿਹਾ ਹੈ ਕਿ ਵਾਕਈ ਇੱਥੇ ਜਿਹੜਾ ਉਦਯੋਗ ਨੂੰ ਚਾਹਤ ਨਹੀਂ ਕੀਤਾ ਜਾਂਦਾ, ਤੁਹਾਡਾ ਕੀ ਮੰਨਣਾ ਹੈ ਕਿ ਇਹ ਕਾਰਨ ਹੈਗਾ ਹੈ ਕਿ ਇਹਦੇ ਨਾਲ ਜਿਹੜਾ ਲੋਕ ਬੇਰੁਜ਼ਗਾਰ ਨੇ, ਜੋ ਨੌਜਵਾਨ ਜਿਨ੍ਹਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ, ਇਹ ਵੀ ਇੱਕ ਵੱਡਾ ਕਾਰਨ ਹੈ ਕਿ ਇੱਥੇ ਉਦਯੋਗ ਨੂੰ ਚਾਹਤ ਨਹੀਂ ਕੀਤਾ ਜਾਂਦਾ? ਮੈਡਮ ਬਿਲਕੁਲ ਮੈਂ ਇਸ ਗੱਲ ਨਾਲ ਸਹਿਮਤ ਹਾਂ। ਉਦਯੋਗ ਨੂੰ ਉਤਸ਼ਾਹਿਤ ਨਹੀਂ ਕੀਤਾ ਜਾਂਦਾ। ਸਭ ਤੋਂ ਵੱਡੀ ਗੱਲ ਆ, ਜੇ ਨੌਕਰੀ ਦੀ ਆਪਾਂ ਸਟਾਰਟਿੰਗ ਸ਼ੁਰੂ ਕਰੀਏ, ਚਲੋ ਗਵਰਨਮੈਂਟਸ ਦਾ ਰੋਲ ਤਾਂ ਬਿਲਕੁਲ ਆਉਂਦਾ ਵਾ ਇਹਦੇ ਵਿੱਚ ਵੀ ਗਵਰਨਮੈਂਟਸ ਨੇ ਰੁਜ਼ਗਾਰ ਦੇ ਸਾਧਨ ਪੈਦਾ ਕਰਨੇ ਹੁੰਦੇ ਆ। ਪਰ ਮੈਂ ਜੇ ਕਹੂੰਗਾ ਵੀ ਜਦੋਂ ਦਾ ਦੇਸ਼ ਆਜ਼ਾਦ ਹੋਇਆ 47 ਤੋਂ ਬਾਅਦ, ਸਭ ਤੋਂ ਵੱਡਾ ਬਲੇਮ ਜੇ ਆਪਾਂ ਦੇਈਏ ਮੇਰੀ ਨਜ਼ਰਾਂ ਦੇ ਵਿੱਚ ਐਜੂਕੇਸ਼ਨ ਸਿਸਟਮ ਦੇ ਉੱਤੇ ਆ। ਕਿਉਂਕਿ ਐਜੂਕੇਸ਼ਨ ਆਪਣੀ ਹਮੇਸ਼ਾ ਆਪਾਂ ਪੜ੍ਹਦੇ ਆ X² Y² Z², ਜੋ ਸਾਰੀ ਜ਼ਿੰਦਗੀ ਸਾਡੇ ਕਿਤੇ ਕੋਈ ਕੰਮ ਨਹੀਂ ਆਉਂਦੇ, ਅਲਫਾ ਬੀਟਾ ਵਾਲੇ ਜਿਹੜੇ ਫਾਰਮੂਲੇ ਹੁੰਦੇ ਆ। ਇਹੀ ਐਜੂਕੇਸ਼ਨ ਸਿਸਟਮ ਜੇ ਆਪਾਂ ਸਕਿੱਲ ਡਿਵੈਲਪਮੈਂਟ ਵਾਲੇ ਪਾਸੇ ਅਗਰ ਆਪਾਂ ਲੈ ਕੇ ਜਾਂਦੇ ਆਪਣੇ ਐਜੂਕੇਸ਼ਨ ਸਿਸਟਮ ਨੂੰ, ਸਕਿੱਲ ਡਿਵੈਲਪਮੈਂਟ ਵਾਲੇ ਪਾਸੇ ਲੈ ਕੇ ਜਾਂਦੇ, ਜੇ ਮੰਨ ਲਓ ਵੀ ਕੋਈ ਗਵਰਨਮੈਂਟ ਜੇ ਉਹਨੂੰ ਰੁਜ਼ਗਾਰ ਨਹੀਂ ਦੇ ਸਕਦੀ, ਜੇ ਬੱਚੇ ਨੂੰ ਸਕਿੱਲ ਕੋਈ ਸਿਖਾਇਆ ਹੁੰਦਾ ਤਾਂ ਆਪਦਾ ਰੁਜ਼ਗਾਰ ਵੀ ਖੋਲ ਸਕਦਾ। ਕਿਉਂਕਿ ਆਪਣੇ ਇੱਥੇ ਰੁਝਾਨ ਜ਼ਿਆਦਾਤਰ ਇਹੀ ਆ ਵੀ BA ਕਰ ਲਓ ਜਾਂ BSc ਕਰ ਲਓ ਜਾਂ MA ਕਰ ਲਓ, MBA ਕਰ ਲਓ,
ਜੇ ਇਹੀ ਆਪਾਂ +2 ਤੋਂ ਬਾਅਦ ਕੋਈ ਡਿਪਲੋਮਾ ਕਰੀਏ ਜਾਂ 10th ਤੋਂ ਬਾਅਦ ਕੋਈ ਡਿਪਲੋਮਾ ਕਰੀਏ ਤੇ ਬੰਦਾ ਆਪਦਾ ਰੁਜ਼ਗਾਰ ਵੀ ਖੋਲ ਸਕਦਾ ਵਾ। ਮਨਪ੍ਰੀਤ ਜੀ, ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਬੇਰੁਜ਼ਗਾਰੀ, ਅਨਇੰਪਲੋਇਮੈਂਟ ਇਜ਼ ਦ ਮੇਨ ਰੀਜ਼ਨ ਕਿ ਜੇ ਕੋਈ ਬੱਚਾ ਨਸ਼ੇ ਵੱਲ ਨੂੰ ਜਾਂਦਾ ਹੈ। ਕਿਉਂਕਿ ਜਿਹੜਾ ਬੱਚਾ ਡਿਗਰੀ ਕਰ ਲੈਂਦਾ ਹੈ ਹਨਾ, ਜਦੋਂ ਦੇਖਦਾ ਕਿ ਮਾਪਿਆਂ ਨੇ ਇੰਨਾ ਔਖਾ ਹੋ ਕੇ ਮੈਨੂੰ ਪੜ੍ਹਾਇਆ, ਤੇ ਜਦੋਂ ਉਹਨੂੰ ਐਟ ਦੀ ਐਂਡ ਰਿਜ਼ਲਟ ਤੇ ਸਿਰਫ ਕਾਗਜ਼ ਦੀ ਡਿਗਰੀ ਹੱਥ 'ਚ ਰਹਿ ਜਾਂਦੀ ਹੈ ਪਰ ਉਹਨੂੰ ਰੋਜ਼ਗਾਰ ਨਹੀਂ ਮਿਲਦਾ, ਉਹ ਡਿਪਰੈਸ਼ਨ ਦਾ ਸ਼ਿਕਾਰ ਹੋਣ ਲੱਗ ਜਾਂਦਾ, ਸਟ੍ਰੈਸ ਲੈਵਲ ਵਧਣ ਲੱਗ ਜਾਂਦਾ, ਉਸ ਚੀਜ਼ ਤੋਂ ਬਚਣ ਕਰਕੇ ਉਹ ਨਸ਼ੇ ਵੱਲ ਆ ਜਾਂਦਾ। ਤੇ ਇਹ ਚੀਜ਼ ਬੜੀ ਚਿੰਤਾ ਦਾ ਵਿਸ਼ਾ ਹੈ ਕਿ ਇਹ ਸਾਡੀਆਂ ਸਰਕਾਰਾਂ, ਮੈਂ ਉਹੀ ਕਿਹਾ ਨਾ, ਇਹਨਾਂ ਨੂੰ ਧਿਆਨ ਦੇਣ ਦੀ ਲੋੜ ਹੈ, ਨੀਤੀਆਂ ਬਣਾਉਣ ਦੀ ਲੋੜ ਹੈ। ਨੀਤੀਆਂ ਤਾਂ ਹੀ ਚੰਗੀਆਂ ਬਣਨਗੀਆਂ ਨਾ ਜੇ ਨੀਅਤ ਹੋਵੇ। ਜੇ ਸਾਡੇ ਲੀਡਰ ਆਪਣੇ ਬੱਚਿਆਂ ਨੂੰ ਹੀ ਪ੍ਰਮੋਟ ਕਰਨ ਤੇ ਲੱਗੇ ਰਹਿਣਗੇ ਤੇ ਬਾਕੀ ਗਰੀਬਾਂ ਦੇ ਬੱਚਿਆਂ ਦਾ ਖਿਆਲ ਕੌਣ ਰੱਖੂਗਾ? ਇਹ ਇੱਕ ਚਿੰਤਾ ਦਾ ਵਿਸ਼ਾ ਤਾਂ ਹੈ ਹੀ ਹੈ। ਹੁਣ ਆਪਾਂ ਦੇਖਿਆ ਹੀ ਹੈ ਕਿ ਜਿਵੇਂ 2 MLA ਦੇ ਬੱਚਿਆਂ ਨੂੰ ਇਹਨਾਂ ਨੇ ਨੌਕਰੀ ਦੇਤੀ, ਇੱਕ ਨਾਇਬ ਤਹਿਸੀਲਦਾਰ ਦੀ ਨੌਕਰੀ ਦੇਤੀ ਤੇ ਇੱਕ ਸਬ ਇੰਸਪੈਕਟਰ ਦੀ ਨੌਕਰੀ ਦੇਤੀ। ਤੇ ਇਹਦੇ ਪਿੱਛੇ ਦੇਖਿਆ ਜਾਏ ਮੈਰਿਟ ਕੀ ਹੈ, ਕਿਹੜਾ ਤਰਸ ਦੇ ਆਧਾਰ ਤੇ? ਇੱਕ ਕੋ ਵੋਲਵੋ ਵਾਲੀ ਗੱਡੀ ਹੈਗੀ ਆ, ਦੂਜੇ ਕੋ ਲੈਂਡ ਕਰੂਜ਼ਰ, ਕਰੋੜਾਂ ਦੀ ਤਾਂ ਗੱਡੀਆਂ ਇਹਨਾਂ ਕੋਲ। ਕਿਹੜਾ ਤਰਸ ਦੇ ਆਧਾਰ ਤੇ ਨੌਕਰੀ ਦੇ ਰਿਹਾ? ਤੇ ਜੇ ਮਨਪ੍ਰੀਤ ਜੀ ਤੁਸੀਂ ਦਿਹਾੜੀਦਾਰ ਨੂੰ ਮਿਲੋ ਨਾ, ਮੈਨੂੰ ਮੈਂ ਤੁਹਾਨੂੰ ਇੱਥੇ ਇੱਕ ਕੇਸ ਦੱਸਦਾ। ਮੈਨੂੰ ਇੱਕ ਆਟੋ ਵਾਲਾ ਮਿਲਿਆ, ਕਹਿੰਦਾ ਮੈਂ ਬੜਾ ਔਖਾ ਹੋ ਕੇ ਆਪਣੇ ਬੱਚੇ ਨੂੰ ਪੜ੍ਹਾਇਆ ਲਿਖਾਇਆ, ਕਹਿੰਦਾ ਮਾਸਟਰ ਤੱਕ ਪਹੁੰਚਾਇਆ, ਤੇ ਕਹਿੰਦਾ ਜਦੋਂ ਉਹਨੇ ਮਾਸਟਰ ਕਰ ਲਈ ਨਾ, ਜੌਬ ਲੈਣ ਗਿਆ, ਕਹਿੰਦਾ ਉਹਨੂੰ ਜੌਬ ਨਹੀਂ ਮਿਲੀ। ਰੀਜ਼ਨ ਕੀ ਸੀ? ਕਿ ਉਹਦੇ ਕੋਲ ਸਿਫਾਰਿਸ਼ ਨਹੀਂ ਸੀ। ਮੈਰਿਟ ਵਾਈਜ਼ ਨੰਬਰ 1, ਪਰ ਸਿਰਫ ਨਾ ਸਿਫਾਰਿਸ਼ ਹੋਣ ਕਰਕੇ ਉਹਨੂੰ ਨੌਕਰੀ ਨਹੀਂ ਮਿਲੀ। ਹੁਣ ਉਹ ਆਟੋ ਵਾਲੇ ਦੀ ਅੱਖਾਂ ਨਮ ਸੀਗਾ ਤਾਂ ਉਹਦੀ ਵਰਡਿੰਗ ਇਹ ਸੀ, ਹੁਣ ਮੈਂ ਲੀਡਰਾਂ ਦੀਆਂ ਜੁੱਤੀਆਂ ਚੱਟਾਂ, ਜੀ ਹਜ਼ੂਰੀ ਕਰਾਂ ਆਪਣੇ ਬੱਚੇ ਨੂੰ ਰੋਜ਼ਗਾਰ ਦਿਵਾਉਣ ਲਈ। ਕਹਿੰਦਾ ਮੈਂ ਤਾਂ ਸਿਰਫ ਔਖਾ ਸੌਖਾ ਆਪਣੇ ਬੱਚੇ ਨੂੰ ਪੜ੍ਹਾਈ ਸਕਦਾ ਸੀ ਨਾ। ਕਹਿੰਦਾ ਹੁਣ ਮੇਰਾ ਬੱਚਾ ਵੀ ਪੜ੍ਹ ਲਿਖ ਕੇ ਮਜਬੂਰ ਹੋ ਗਿਆ ਆਟੋ ਚਲਾਉਣ ਤੇ ਦੁਬਾਰਾ। ਦੱਸੋ ਉਹਨਾਂ ਪੇਰੈਂਟਸ ਤੇ ਕੀ ਬੀਤਦੀ ਹੋਊਗੀ ਮਨਪ੍ਰੀਤ ਜੀ? ਇਹ ਜਿਹੜਾ ਸਾਡਾ ਸਿਸਟਮ ਬਣ ਗਿਆ ਨਾ, ਕਿ ਜਿਹੜੇ ਸਾਡੇ ਲੀਡਰਾਂ 'ਚ ਜ਼ਮੀਰਾਂ ਮਰੀ ਜਾ ਰਹੀਆਂ, ਡੇ ਬਾਏ ਡੇ ਇਨਸਾਨੀਅਤ ਮਰੀ ਜਾ ਰਹੀ ਹੈ, ਉਹਦੇ ਕਰਕੇ ਅੱਜ ਨੌਜਵਾਨ ਪੀੜ੍ਹੀ ਬਹੁਤ ਜ਼ਿਆਦਾ ਨਿਰਾਸ਼ ਹੈ। ਇਹ ਸਾਰਿਆਂ ਨੂੰ, ਸਾਰੇ ਵਰਗ ਦੇ ਲੋਕਾਂ ਨੂੰ, ਸਾਰੇ ਪੇਰੈਂਟਸ ਨੂੰ ਇਕੱਠੇ ਹੋਣ ਦੀ ਲੋੜ ਹੈ ਕਿ ਇੱਕ ਆਪਾਂ ਚੰਗੀ ਲੀਡਰਸ਼ਿਪ ਤਾਂ ਪਰਖੋ। ਆਪਾਂ ਅੱਜ ਸਰਕਾਰਾਂ ਤੇ ਬਲੇਮ ਲਾਉਂਦੇ ਆ ਮਨਪ੍ਰੀਤ ਜੀ, ਆਪਾਂ ਆਉਂਦੇ ਆ ਜੀ ਸਰਕਾਰ ਨੇ ਇਹ ਕਰ ਲਿਆ, ਸਰਕਾਰ ਨੇ ਉਹ ਕਰ ਲਿਆ, ਪਰ ਸਰਕਾਰ ਨੂੰ ਬਣਾਉਣ ਵਾਲੇ ਵੀ ਤਾਂ ਅਸੀਂ ਲੋਕ ਆ। ਬਿਲਕੁਲ, ਅਸੀਂ ਪਹਿਲੇ ਚੰਗੇ ਵੋਟਰ ਤਾਂ ਬਣੀਏ। ਜਿਸ ਦਿਨ ਆਪਾਂ ਚੰਗੇ ਵੋਟਰ ਬਣ ਜਾਾਂਗੇ, ਉਦੋਂ ਹੀ ਨੌਜਵਾਨਾਂ ਨੂੰ ਚੰਗਾ ਭਵਿੱਖ ਮਿਲ ਜੂਗਾ। ਆਪਾਂ ਆਪਣੇ ਬੱਚਿਆਂ ਲਈ ਭਵਿੱਖ ਨੂੰ ਦੇਖ ਕੇ ਵੋਟ ਪਾਈਏ, ਨਾ ਕਿ ਮੇਰਾ ਉਹ ਲੀਡਰ ਨਾਲ ਲਿੰਕ ਹੈ, ਮੇਰਾ ਦਾਦਾ ਫਲਾਣੀ ਪਾਰਟੀ ਨਾਲ ਲਿੰਕ ਰੱਖਦਾ, ਇਹ ਆ ਉਹ ਹੈ। ਇਹ ਇਹਨਾਂ ਸੋਚਾਂ ਨੇ ਤਾਂ ਮਾਰ ਲਿਆ ਪੰਜਾਬ ਨੂੰ, ਤੇ ਇਹ ਸੋਚ ਤੋਂ ਬਾਹਰ ਨਿਕਲਣ ਦੀ ਲੋੜ ਹੈ। ਤੇ ਮੈਨੂੰ ਉਮੀਦ ਹੈ ਕਿ ਜਿਵੇਂ ਹੁਣ ਨੌਜਵਾਨ ਪੀੜ੍ਹੀ ਸੰਘਰਸ਼ ਕਰ ਰਹੀ ਹੈ, ਜਿਵੇਂ ਕਿਸਾਨ ਅੰਦੋਲਨ 'ਚ ਤੁਸੀਂ ਦੇਖਿਆ ਕਿ ਕਿੱਦਾਂ ਨੌਜਵਾਨ ਪੀੜ੍ਹੀ ਨੇ, ਜਿਹੜਾ ਉਹਨਾਂ ਦੇ ਦਿਮਾਗ ਤੇ ਹਨਾ, ਉਹਨਾਂ ਦੇ ਮੱਥੇ ਤੇ ਇੱਕ ਟੈਗ ਲੱਗਾ ਸੀ ਕਿ ਪੰਜਾਬ ਦਾ ਨੌਜਵਾਨ ਨਸ਼ੇੜੀ ਹੋ ਗਿਆ, ਪਰ ਉਹਨਾਂ ਨੇ ਉੱਥੇ ਜਾ ਕੇ ਪਰਿਭਾਸ਼ਾ ਬਦਲਤੀ ਕਿ ਜਿਹੜਾ ਪੰਜਾਬ ਦਾ ਨੌਜਵਾਨ ਆ ਅੱਜ ਵੀ ਭਗਤ ਸਿੰਘ ਹੋਣਾ ਦਾ ਵਾਰਿਸ ਹੈ, ਕਰਤਾਰ ਸਿੰਘ ਸਰਾਭਾ, ਊਧਮ ਸਿੰਘ ਦਾ ਵਾਰਿਸ ਆ, ਆਪਣੇ ਹੱਕ ਲੈਣਾ ਜਾਣਦਾ। ਸਿਰਫ ਉਹਨਾਂ ਨੂੰ ਚੈਨਲਾਈਜ਼ ਕਰਨ ਦੀ ਲੋੜ ਹੈ, ਸਹੀ ਡਾਇਰੈਕਸ਼ਨ ਦੇਣ ਦੀ ਲੋੜ ਹੈ। ਤੇ ਉਹ ਜਿਹੜੀ ਸਾਡੀਆਂ ਸਰਕਾਰਾਂ ਨੇ ਉਹ ਨਾਕਾਮ ਹੋਈਆਂ ਨੇ। ਤੇ ਜੇ ਆਪਾਂ ਮੈਰਿਟਸ ਨੂੰ ਹਨਾ, ਮੈਰਿਟਸ ਨੂੰ, ਕ੍ਰੈਡੀਬਿਲਿਟੀ ਨੂੰ ਸਪੋਰਟ ਕਰਾਂਗੇ ਹਨਾ, ਉਹਨਾਂ ਨੂੰ ਉਤਸ਼ਾਹ ਦੇਵਾਂਗੇ, ਤਾਂ ਹੀ ਸਾਡਾ ਪੰਜਾਬ ਤਰੱਕੀ ਕਰੂਗਾ। ਅੱਜ ਬ੍ਰੇਨ ਡਰੇਨ ਦੇਖੋ ਕਿੰਨਾ ਵੱਧ ਗਿਆ ਮਨਪ੍ਰੀਤ ਜੀ। ਬੈਸਟ ਬ੍ਰੇਨਸ ਤਾਂ ਬਾਹਰਲੇ ਦੇਸ਼ਾਂ 'ਚ ਜਾ ਰਹੇ, ਕਿਉਂਕਿ ਇੱਥੇ ਬ੍ਰੇਨਸ ਦੀ ਤਾਂ ਵੈਲਿਊ ਨਹੀਂ। ਹੁਣ ਜਿਹੜੇ 2 MLA ਦੇ ਮੁੰਡਿਆਂ ਨੂੰ ਨੌਕਰੀਆਂ ਦੇ ਦਿੱਤੀਆਂ, ਕੀ ਇਮਾਨਦਾਰੀ ਨਾਲ ਨੌਕਰੀ ਨਿਭਾ ਸਕਣਗੇ? ਕਿਉਂਕਿ ਇਹਨਾਂ ਨੂੰ ਨੌਕਰੀ ਦਾ ਤਾਂ ਮੁੱਲ ਪਤਾ ਹੀ ਨਹੀਂ। ਨੌਕਰੀ ਤਾਂ ਮਨਪ੍ਰੀਤ ਜੀ ਕਮਾਣੀ ਪੈਂਦੀ ਹੈ ਮਿਹਨਤਾਂ ਕਰਕੇ, ਤੇ ਜਿਹਨੇ ਮਿਹਨਤ ਕਰਕੇ ਕਮਾਈ ਹੁੰਦੀ ਹੈ ਨਾ, ਉਹੀ ਉਹਨੂੰ ਜਸਟੀਫਾਈ ਕਰ ਸਕਦਾ ਚੇਅਰ ਨੂੰ। ਇਹ ਕਿੱਥੇ ਜਸਟੀਫਾਈ ਕਰਨਗੇ? ਕਿਉਂਕਿ ਇਹ ਤਾਂ ਪਹਿਲੇ ਹੀ ਰਾਜਿਆਂ ਵਾਂਗ ਜੀ ਰਹੇ ਸੀ ਜ਼ਿੰਦਗੀ। ਬਸ ਇਹਨਾਂ ਨੂੰ ਥਾਲੀ 'ਚ ਪਰੋਸ ਕੇ ਨੌਕਰੀ ਦੇਤੀ, ਉਹ ਰਾਜੇਸ਼ਾਹੀ ਜ਼ਿੰਦਗੀ ਜੀਣਗੇ। ਇਹਨਾਂ ਨੂੰ ਕੀ ਪਤਾ ਲੱਗੂਗਾ ਆਮ ਲੋਕਾਂ ਦਾ ਦਰਦ ਕੀ ਆ? ਜਿਹੜਾ ਥੱਲੋਂ ਉੱਠਿਆ ਹੁੰਦਾ ਨਾ ਮਨਪ੍ਰੀਤ ਜੀ, ਉਹਨੂੰ ਪਤਾ ਹੁੰਦਾ ਤੇ ਸਿਸਟਮ ਉਹਦੇ ਨਾਲ ਹੀ ਠੀਕ ਹੋਣਾ। ਜੇ ਆਪਾਂ ਮੈਰਿਟਸ ਦੇ ਖਿਲਾਫ ਜਾ ਕੇ ਨੌਕਰੀਆਂ ਦੇਵਾਂਗੇ ਤੇ ਜਿਹੜਾ ਸਾਡਾ ਸੂਬਾ ਉਹ ਬਹੁਤ ਡੁੱਬੂਗਾ, ਥੱਲੇ ਜਾਊਗਾ, ਤੇ ਆਉਣ ਵਾਲੇ ਦਿਨਾਂ 'ਚ ਉਮੀਦ ਦੀ ਕਿਰਨ ਵੀ ਖਤਮ ਹੋਊਗੀ। ਜੀ ਬਿਲਕੁਲ ਬਿਲकुल ਹਰਸ਼ ਜੀ, ਵੈਸੇ ਬਿਲकुल ਗੁਰਨੀਤ ਜੀ ਨੇ ਜਿੱਦਾਂ ਦੱਸਿਆ ਹੈਗਾ ਹੈ ਕਿ ਨੌਜਵਾਨ ਪੀੜ੍ਹੀ ਜਿਹੜੀ ਹੈ ਕਿਸ ਤਰ੍ਹਾਂ ਦੇ ਨਾਲ ਬਾਹਰ ਦਾ ਰੁਖ ਕਰ ਰਹੇ ਨੇ, ਬਾਹਰ ਵੱਲ ਇੰਟਰਸਟ ਰੱਖਦੇ ਨੇ, ਕਿਉਂਕਿ ਇੱਥੇ ਪੰਜਾਬ 'ਚ ਕੁਛ ਰਿਹਾ ਨਹੀਂ ਹੈ। ਨਸ਼ਿਆਂ ਦੀ ਗੱਲ ਕੀਤੀ ਆਪਾਂ, ਤੁਸੀਂ ਇਹਦੇ ਬਾਰੇ 'ਚ ਕੀ ਸੋਚਦੇ ਹੋ? ਵੈਸੇ ਗੁਰਨੀਤ ਜੀ ਨੇ ਬਿਲਕੁਲ ਕਲੀਅਰ ਕਰ ਦਿੱਤਾ, ਗੁਰਨੂਰ ਜੀ ਨੇ ਦੱਸ ਦਿੱਤਾ ਵਾ ਕਿ ਨਸ਼ਾ, ਬੇਰੁਜ਼ਗਾਰੀ ਜਿਹੜਾ ਸਭ ਤੋਂ ਵੱਡਾ ਕਾਰਨ ਹੈ ਕਿ ਜਿਹੜੇ ਨੌਜਵਾਨ ਨੇ ਉਹ ਨਸ਼ਿਆਂ 'ਚ ਪੈ ਰਹੇ ਨੇ। ਪਰ ਅਸੀਂ ਜੇਕਰ ਗੱਲ ਕਰੀਏ, ਇਹਨਾਂ ਨੂੰ ਚੀਜ਼ਾਂ ਨੂੰ ਸੁਧਾਰਿਆ ਨਹੀਂ ਜਾ ਸਕਦਾ। ਤੁਹਾਨੂੰ ਕੀ ਲੱਗਦਾ ਹੈ ਕਿ ਜੋ ਚੁਣੌਤੀਆਂ ਨੇ ਅਜੇ ਵੀ ਜੋ ਘੱਟ ਹੋ ਜਾਣ ਨੌਜਵਾਨਾਂ ਦੇ ਲਈ, ਅਜੇ ਵੀ ਜੇਕਰ ਸਰਕਾਰਾਂ ਜਾਂ ਕੋਈ ਕੁਝ ਕਰ ਸਕੇ ਤਾਂ ਨੌਜਵਾਨ ਜੋ ਬਾਹਰ ਦਾ ਰੁਖ ਕਰਦੇ ਨੇ ਰੁਕ ਸਕਦੇ ਨੇ ਇੱਥੇ ਪੰਜਾਬ 'ਚ, ਜੇਕਰ ਉਹਨਾਂ ਨੂੰ ਮਿਲੇ ਕੁਝ ਤਾਂ? ਦੇਖੋ, ਮੈਂ ਸਮਝਦਾ ਮਨਪ੍ਰੀਤ ਜੀ ਵੀ ਜੇ ਕੋਈ ਪੰਜਾਬ ਨੂੰ ਵਧੀਆ ਲੀਡਰਸ਼ਿਪ, ਵਿਜ਼ਨਰੀ ਲੀਡਰਸ਼ਿਪ ਮਿਲੇਗੀ
ਜੀ ਤੇ ਜ਼ਰੂਰ ਇਹਨਾਂ ਸਾਰੀਆਂ ਚੀਜ਼ਾਂ ਤੇ ਹੌਲੀ-ਹੌਲੀ ਆਪਾਂ ਠੱਲ ਪਾ ਸਕਦੇ ਹਾਂ ਨਸ਼ੇ ਵਾਲੀ। ਲੇਕਿਨ ਹਜੇ ਤੱਕ ਪੰਜਾਬ 'ਚ ਇਸ ਤਰ੍ਹਾਂ ਦਾ ਮੈਂ ਪਰਸਨਲੀ ਫੀਲ ਕਰਦਾ ਵੀ ਵਿਜ਼ਨਰੀ ਲੀਡਰਸ਼ਿਪ ਅਪਾਰਟ ਫਰੋਮ ਐਨੀ ਪੋਲੀਟੀਕਲ ਪਾਰਟੀ, ਮੈਂ ਨਹੀਂ ਕਹਿੰਦਾ ਵੀ ਫਲਾਣੀ ਕੋਲ ਹੈ ਦੂਜੀ ਕੋਲ ਨਹੀਂ ਹੈ, ਜਦ ਤੱਕ ਜੀ ਉਹ ਨਹੀਂ ਦਿਖੇਗੀ ਔਰ ਸਾਰਾ ਕੰਮ ਅਸੀਂ ਬਿਊਰੋਕ੍ਰੇਸੀ ਤੇ ਜਿਸ ਤਰੀਕੇ ਨਾਲ ਛੱਡਿਆ ਹੋਇਆ ਹੈ, ਤੇ ਉਹਦੇ ਜੀ ਨਾਲ ਕੋਈ ਰਿਜ਼ਲਟ ਵਧੀਆ ਨਹੀਂ ਆਣੇ, ਕਿਉਂਕਿ ਬਿਊਰੋਕ੍ਰੇਸੀ ਨੂੰ ਰਿਜ਼ਲਟ ਓਰੀਐਂਟਡ ਨਹੀਂ ਹੁੰਦੀ, ਉਹਨਾਂ ਨੂੰ ਕੋਈ ਹਮ ਫਰਕ ਨਹੀਂ ਪੈਂਦਾ ਵੀ ਸਰਕਾਰ ਕਿਹਦੀ ਆ ਰਹੀ ਹੈ, ਲੋਕ ਕੀ ਸੋਚ ਜੀ ਰਹੇ ਆ। ਉਹ ਤਾਂ ਪਰ ਅੱਜ ਕੱਲ੍ਹ ਦੀਆਂ ਮੌਜੂਦਾ ਸਰਕਾਰਾਂ ਦਾ ਸਿਸਟਮ ਇਹ ਬਣ ਗਿਆ ਵੀ ਉਹ ਸਿਰਫ ਬਿਊਰੋਕ੍ਰੇਸੀ ਤੇ ਡਿਪੈਂਡ ਇੰਨੀਆਂ ਕੁ ਹੋ ਚੁੱਕੀਆਂ ਵੀ ਜੀ ਉਹ ਜੋ ਬਿਊਰੋਕਰੇਸ ਕਹਿੰਦੇ ਆ ਉਹਨਾਂ ਮੁਤਾਬਕ ਕੰਮ ਕਰੀ ਜਾਂਦੀਆਂ, ਜਦ ਕਿ ਚਾਹੀਦਾ ਤਾਂ ਇਹ ਹੈ ਵੀ ਜੋ ਏਜੰਡਾ ਉਹ ਆਪਣੇ ਲੀਡਰ ਹਰ ਪੋਲੀਟੀਕਲ ਪਾਰਟੀ ਸਟੇਜਾਂ ਤੋਂ ਕਹਿ ਕੇ ਆਉਂਦੀ ਹੈ ਉਹਨੂੰ ਇੰਪਲੀਮੈਂਟ ਕਰਾਉਣ ਦੀ ਕੋਸ਼ਿਸ਼ ਕਰਨ ਦੀ ਬਜਾਏ ਉਹ ਜੀ ਬਿਊਰੋਕ੍ਰੇਸੀ ਤੇ ਇੰਨੇ ਕੁ ਡਿਪੈਂਡ ਹੈ ਵੀ ਜੋ ਉਹ ਕਹਿੰਦੇ ਆ ਉਸ ਮੁਤਾਬਕ ਪਾਲਿਸੀਆਂ ਬਣੀ ਜਾਂਦੀਆਂ, ਜੀ ਉਹ ਬਿਲਕੁਲ ਲਕੀਰ ਤੇ ਫਕੀਰ ਕੰਮ ਚੱਲੀ ਜਾਂਦਾ, ਸਰਕਾਰਾਂ ਆਈ ਜਾਂਦੀਆਂ ਜਾਈ ਜਾਂਦੀਆਂ, ਬਿਊਰੋਕਰੇਟਸ ਉੱਥੇ ਦੇ ਉੱਥੇ ਹੀ ਆ, ਰਿਜ਼ਲਟ ਕੋਈ ਹੈ ਨਹੀਂ, ਕੋਈ ਪੁੱਛਣ ਵਾਲਾ ਹੈ ਨਹੀਂ। ਸੋ ਜਦ ਤੱਕ ਕੋਈ ਵਿਜ਼ਨਰੀ ਲੀਡਰਸ਼ਿਪ ਪੋਲੀਟੀਕਲ ਵਿਲ ਪਾਵਰ ਲੀਡਰਸ਼ਿਪ ਜਦ ਤੱਕ ਨਹੀਂ ਦਿਖਾਏਗੀ ਤਦ ਤੱਕ ਇਹ ਸਥਿਤੀਆਂ ਬਣੀਆਂ ਰਹਿਣਗੀਆਂ। ਜੀ ਨਸ਼ੇ ਦੀ ਗੱਲ ਜਿਹੜੀ ਤੁਸੀਂ ਕੀਤੀ ਹੈ, ਜੇ ਸਰਕਾਰਾਂ ਚਾਹਣ, ਜੇ ਪੋਲੀਟੀਕਲ ਵਿਲ ਪਾਵਰ ਬਿਲਕੁਲ ਸਟਰੋਂਗ ਹੋਵੇ ਜੀ ਤੇ ਕੀ ਨਹੀਂ ਹੋ ਸਕਦਾ, ਬਿਲਕੁਲ ਕੀ ਨਹੀਂ ਹੋ ਸਕਦਾ, ਸਾਰਾ ਕੁਝ ਹੋ ਸਕਦਾ। ਪੰਜਾਬ ਦੇ ਵਿੱਚ ਇੰਨਾ ਮਾੜਾ ਟਾਈਮ ਰਿਹਾ, ਖਾੜਕੂਵਾਦ ਰਿਹਾ, ਲੋਕਾਂ ਨੇ ਕਿੰਨੇ ਦੁੱਖ ਤਸੀਹੇ ਝੱਲੇ, ਜੀ ਜੀ ਪੰਜਾਬ ਦੇ ਹਰ ਲੋਕ ਨੇ, ਹਰ ਪਰਿਵਾਰ ਨੂੰ ਕਿਤੇ ਨਾ ਕਿਤੇ ਉਹਦਾ ਸੇਕ ਲੱਗਿਆ, ਲੇਕਿਨ ਜਦੋਂ ਖਤਮ ਕਰਨਾ ਸੀ, ਜੇ ਸਰਕਾਰ ਨੇ ਸੋਚਿਆ ਤੇ ਉਹਨੂੰ ਕਿਸੇ ਤਰੀਕੇ ਵੀ ਖਤਮ ਕੀਤਾ। ਚਲੋ ਉਹਦੇ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ, ਪਰ ਜੇ ਜੀ ਨਸ਼ੇ ਦੇ ਬਾਰੇ ਵੀ ਇਸ ਤਰ੍ਹਾਂ ਦੀ ਲੜਾਈ ਕੋਈ ਪੋਲੀਟੀਕਲ ਪਾਰਟੀ ਅੱਗੇ ਜਿਹੜੀ ਪੰਜਾਬ ਦੀ ਲੀਡਰਸ਼ਿਪ ਹੋਵੇ, ਜੇ ਉਹ ਸੋਚ ਜੀ ਲਵੇ ਖਤਮ ਕਰਨਾ ਹੈ, ਤੇ ਸਾਰਾ ਕੁਝ ਖਤਮ ਹੋ ਸਕਦਾ। ਕੱਲੀਆਂ ਜੀ ਸੌਹਾਂ ਬਿਲਕੁਲ ਖਾ ਕੇ ਜਾਂ ਆਪਣੇ ਮੈਨੀਫੈਸਟੋ 'ਚ ਲਿਖ ਦੇਣਾ ਉਹਦੇ ਨਾਲ ਕੰਮ ਨਹੀਂ ਬਣਨਾ। ਇਹ ਜਦ ਤੱਕ ਕੋਈ ਬੀੜਾ ਪ੍ਰੈਕਟੀਕਲ ਜੀ ਪ੍ਰੈਕਟੀਕਲ ਨਹੀਂ ਚੱਕੇਗਾ, ਕੋਈ ਲੀਡਰ ਸਾਨੂੰ ਐਸਾ ਨਹੀਂ ਮਿਲੇਗਾ, ਜੀ ਤੇ ਜੀ ਮੈਨੂੰ ਲੱਗਦਾ ਸਮੱਸਿਆ ਹੱਲ ਨਹੀਂ ਹੋਈ। ਸਭ ਤੋਂ ਵੱਡੀ ਜਿਹੜੀ ਜ਼ਰੂਰਤ ਹੈ ਜੀ ਪੋਲੀਟੀਕਲ ਵਿਲ ਪਾਵਰ ਦੀ ਹੈ, ਉਹ ਜਿੱਧਰ ਦੀ ਦਿਸ਼ਾ ਦੇਣਗੇ ਬਿਊਰੋਕ੍ਰੇਸੀ ਤਾਂ ਉਧਰ ਚੱਲ ਹੀ ਪਏਗੀ। ਸੋ ਜੀ ਸਾਰੀਆਂ ਚੀਜ਼ਾਂ ਵੀ ਹੌਲੀ ਹੌਲੀ ਠੀਕ ਹੋਣ ਲੱਗ ਜਾਣਗੀਆਂ। ਹੋਣਗੀਆਂ ਮੈਂ ਕਿਸੇ ਬਿਲਕੁਲ ਸਟੇਟ ਦੇ ਬਾਰੇ ਕਿਸੇ ਪਾਰਟਿਕੂਲਰ ਦਾ ਉਦਾਹਰਨ ਨਹੀਂ ਦਿੰਦਾ, ਲੇਕਿਨ ਦੇਸ਼ ਦੇ ਵਿੱਚ ਹੋਰ ਬਹੁਤ ਸਟੇਟਸ ਹੈ ਜਿੱਥੇ ਲੋਕਾਂ ਨੂੰ ਵਧੀਆ ਜਦੋਂ ਲੀਡਰਸ਼ਿਪ ਮਿਲੀ ਤੇ ਉਹ ਜੀ ਸਟੇਟਾਂ ਤਰੱਕੀ ਦੇ ਰਾਹ ਵੱਲ ਨੂੰ ਤੁਰੀਆਂ। ਜੀ ਜੀ ਕਿਉਂਕਿ ਬਿਲਕੁਲ ਇਹ ਡਿਬੇਟ ਪੋਲੀਟੀਕਲ ਮੈਂ ਬਣਾਉਣਾ ਵੀ ਨਹੀਂ ਚਾਹੁੰਦਾ। ਜੀ ਤੁਸੀਂ ਦੇਖੋਗੇ ਪੂਰੇ ਦੇਸ਼ ਦਾ ਇਤਿਹਾਸ ਦੇਖੋਗੇ, ਕਈ ਜੀ ਸਟੇਟਾਂ ਨੂੰ ਜਦੋਂ ਵਧੀਆ ਲੀਡਰਸ਼ਿਪ ਮਿਲੀ ਤੇ ਉਹ ਸਟੇਟਾਂ ਨੇ ਤਰੱਕੀ ਵੀ ਕੀਤੀ। ਸੋ ਮੈਂ ਸੋਚਦਾ ਵੀ ਪੰਜਾਬ ਨੂੰ ਵੀ ਇਸ ਤਰੀਕੇ ਦੀ ਪੋਲੀਟੀਕਲ ਵਿਲ ਪਾਵਰ ਵਾਲੀ ਲੀਡਰਸ਼ਿਪ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਔਰ ਜੀ ਜਦੋਂ ਗੱਲ ਠੀਕ ਹੈ ਗੁਰਨੂਰ ਜੀ ਦੀ, ਵੀ ਜਦੋਂ ਕੋਈ ਟਾਰਗੇਟ ਲਾਈਫ 'ਚ ਨਹੀਂ ਦਿਖਦਾ, ਡਿਪਰੈਸ਼ਨ ਦਾ ਜੀ ਸ਼ਿਕਾਰ ਹੋਣ ਲੱਗ ਜਾਂਦਾ ਬੰਦਾ, ਤੇ ਉਹ ਫਿਰ ਨਸ਼ਿਆਂ ਵੱਲ ਉਹਦਾ ਧਿਆਨ ਵੀ ਜਾਂਦਾ। ਇਹੀ ਜੇ ਉਹਨਾਂ ਦੀ એનર્ਜੀ ਉਹਨਾਂ ਦੇ ਕੰਮ ਵੱਲ ਲੱਗੀ ਹੋਵੇ, ਉਹਨਾਂ ਨੂੰ ਬਿਲਕੁਲ ਵਿਜ਼ਨ ਬਣਿਆ ਹੋਵੇ, ਜੀ ਕੋਈ ਜੀ ਦਿਮਾਗ 'ਚ ਟਾਰਗੇਟ ਫਿਕਸ ਹੋਣ ਵੀ ਜੀ ਅਸੀਂ ਆਹ ਕਰਨਾ, ਤੇ ਬੰਦਾ ਆਪਣੇ ਟਾਰਗੇਟ ਵੱਲ ਜਦੋਂ ਲੱਗਿਆ ਰਹਿੰਦਾ ਜੀ ਤੇ ਆ ਜਿਹੜੀਆਂ ਨਸ਼ੇ ਨੁਸ਼ੇ ਵਾਲੀਆਂ ਚੀਜ਼ਾਂ ਇਹਨਾਂ ਤੋਂ ਦੂਰ ਰਹਿੰਦਾ, ਡਿਪਰੈਸ਼ਨ ਤੋਂ ਦੂਰ ਰਹਿੰਦਾ, ਜੀ ਉਹ ਆਪਣੀ ਬਿਲਕੁਲ ਤਰੱਕੀ ਵੱਲ ਧਿਆਨ ਦਿੰਦਾ। ਦੁਨੀਆ ਦੇ ਵਿੱਚ ਕਿਸ ਤਰ੍ਹਾਂ ਲੋਕ ਤਰੱਕੀ ਕਰ ਰਹੇ ਆ, ਮੈਂ ਕੀ ਜੀ ਕਰ ਸਕਦਾ, ਉਹ ਜੀ ਦਿਨ ਰਾਤ ਇਹ ਸੋਚਦਾ। ਪਰ ਜਦੋਂ ਉਹਦਾ ਕੋਈ ਟਾਰਗੇਟ ਹੀ ਨਹੀਂ ਹੁੰਦਾ, ਉਹ ਫ੍ਰੀ ਬਿਲਕੁਲ ਮਾਈਂਡ ਬੈਠਾ ਹੁੰਦਾ, ਵਿਹਲਾ ਹੁੰਦਾ, ਤੇ ਉਹ ਕਹਾਵਤ ਵੀ ਆ ਵੀ ਵਿਹਲਾ ਦਿਮਾਗ ਸ਼ੈਤਾਨ ਦਾ ਘਰ, ਤੇ ਫਿਰ ਉਹ ਨਸ਼ੇ ਵੱਲ ਜਾਂਦਾ, ਹੋਰ ਕ੍ਰਾਈਮ ਬਿਲਕੁਲ ਵੱਲ ਵੀ ਗਲਤ ਰਾਹ ਹੀ ਜਾਂਦਾ। ਤੁਸੀਂ ਪੈਂਦੇ ਜੀ ਜੀ ਗਲਤ ਰਾਹ ਪੈਂਦਾ, ਕ੍ਰਾਈਮ ਵੱਲ ਜਾਂਦਾ। ਤੁਸੀਂ ਦੇਖ ਰਹੇ ਹੋ ਜੀ ਅੱਜ ਕੱਲ ਜਲਦੀ ਅਮੀਰ ਬਣਨ ਦੀ ਚਾਹ 'ਚ ਪੰਜਾਬ 'ਚ ਮੈਂ ਰੋਜ਼ ਅਖਬਾਰਾਂ 'ਚ ਕੇਸ ਪੜ੍ਹਦਾ ਬਿਲਕੁਲ ਕਿ ਕ੍ਰਾਈਮ ਜਿਸ ਤਰ੍ਹਾਂ ਵੱਧ ਰਿਹਾ, ਲੁੱਟਾਂ ਖੋਹਾਂ ਵੱਧ ਰਹੀਆਂ, ਉਹ ਵੀ ਇਹਨਾਂ ਚੀਜ਼ਾਂ ਦਾ ਹੀ ਨਤੀਜਾ। ਕਿਉਂਕਿ ਹੋਰ ਜਦੋਂ ਕੋਈ ਟਾਰਗੇਟ ਨਹੀਂ ਮਿਲਦਾ ਤੇ ਫਿਰ ਬੰਦਾ ਕ੍ਰਾਈਮ ਜੀ ਕਰਨ ਜੀ ਤੋਂ ਵੀ ਗੁਰੇਜ਼ ਨਹੀਂ ਕਰਦਾ। ਬਿਲਕੁਲ 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 ਪ੍ਰਭਜੋਤ ਜੀ, ਆਖਰੀ ਸਵਾਲ ਤੁਹਾਡੇ ਕੋਲ ਕਰ ਲੈਂਦੇ ਆ। ਜਿਸ ਤਰ੍ਹਾਂ ਦੇ ਨਾਲ ਆਪਾਂ ਗੱਲਾਂ ਤੇ ਕੀਤੀਆਂ ਨੇ, ਵੈਸੇ ਤੇ ਪੋਲੀਟੀਕਲ ਨਹੀਂ ਬਣਾਉਣਾ, ਪਰ ਗੱਲ ਹਰ ਇੱਕ ਜਿਹੜੀ ਉਹ ਰਾਜਨੀਤੀ ਨਾਲ ਹੀ ਜੁੜੀ ਹੈ। ਜਦੋਂ ਇਲੈਕਸ਼ਨਸ ਹੁੰਦੇ ਨੇ, ਜਦੋਂ ਪ੍ਰਚਾਰ ਕਰਨਾ ਹੁੰਦਾ ਹੈ, ਤੇ ਸਭ ਤੋਂ ਅੱਗੇ ਯੂਥ ਨੂੰ ਹੀ ਕੀਤਾ ਜਾਂਦਾ ਹੈ ਕਿ ਉਹੀ ਜਾ ਕੇ ਪ੍ਰਮੋਸ਼ਨ ਕਰੇ, ਉਹੀ ਜਾ ਕੇ ਸਾਡਾ ਜਿਹੜਾ ਹੈ ਕੰਮ ਸਾਂਭੇ। ਪਰ ਹੁਣ ਜੇ ਸਾਰੀ ਨੌਜਵਾਨੀ ਜਿਹੜੀ ਹੈ ਪੰਜਾਬ ਤੋਂ ਬਾਹਰ ਚਲੀ ਜਾਏਗੀ, ਤਾਂ ਫਿਰ ਨਾ ਆਪਣਾ ਵੀ ਤੇ ਦੇਖਣਾ ਪਊਗਾ ਨਾ ਕਿ ਉਹ ਕੌਣ ਸਾਂਭੂਗਾ, ਪੰਜਾਬ ਨੂੰ ਕੌਣ ਸਾਂਭੂਗਾ, ਇਹਨਾਂ ਨੂੰ ਕੌਣ ਸਾਂਭੂਗਾ। ਇਹ ਚੀਜ਼ਾਂ ਨਹੀਂ ਸੋਚੀਆਂ ਜਾਂਦੀਆਂ ਨੇ। ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਬਿਲਕੁਲ ਮੈਮ, ਜਿਵੇਂ ਮੈਂ ਆਪਾਂ ਕਹਿੰਦੇ ਆ, ਹਰੇਕ ਗੱਲ ਘੁੰਮ ਫਿਰ ਕੇ ਪੋਲੀਟੀਕਲ ਪਾਰਟੀ ਜਾਂ ਜੀ ਗਵਰਨਮੈਂਟਸ ਦੇ ਉੱਪਰ ਆਉਂਦੀ ਹੈ। ਕਿਉਂਕਿ ਜੀ ਜੇ ਅੱਜ ਆਪਾਂ ਅਨਐਮਪਲੋਇਮੈਂਟ ਦੇਖਦੇ ਆ, ਨਸ਼ਾ ਦੇਖਦੇ ਆ, ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਰੋਲ ਸਰਕਾਰਾਂ ਦਾ ਹੁੰਦਾ ਵਾ, ਚਾਹੁੰਦੇ ਹੋਏ ਜਾਂ ਨਾ ਚਾਹੁੰਦੇ ਹੋਏ, ਇਹ ਸਿਸਟਮ ਦਾ ਹਿੱਸਾ ਬਣ ਚੁੱਕੀਆਂ ਨੇ। ਜੀ ਤੇ ਇਹ ਵੀ ਬੜੀ ਵੱਡੀ ਗੱਲ ਆ ਵੀ ਯੂਥ ਨੂੰ ਹਮੇਸ਼ਾ ਯੂਜ਼ ਕੀਤਾ ਜਾਂਦਾ ਆਮ ਤੌਰ ਤੇ। ਬਿਲਕੁਲ ਇਹੀ ਕਿਹਾ ਜਾਂਦਾ, ਨੌਜਵਾਨਾਂ ਨੂੰ ਬੜੀ ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਵੀ ਤੁਸੀਂ ਅੱਗੇ ਆਓ ਜੀ, ਤੁਸੀਂ ਦੇਖੋ ਜੀ, ਤੁਸੀਂ ਜੀ ਦੇਸ਼ ਦਾ ਭਵਿੱਖ ਹੋ, ਤੁਸੀਂ ਸੂਬੇ ਦਾ ਭਵਿੱਖ ਹੋ। ਉਹਨਾਂ ਨੂੰ ਏਦਾਂ ਦੀ ਗੱਲਾਂ ਕਰਕੇ ਵਰਤਿਆ ਜਾਂਦਾ ਵਾ। ਮੈਂ ਜੀ ਗੱਲ ਨਾਲ ਬਿਲਕੁਲ ਸਹਿਮਤ ਆ ਜੀ। ਪਰ ਨੌਜਵਾਨਾਂ ਨੂੰ ਵੀ ਚਾਹੀਦਾ, ਹਮੇਸ਼ਾ ਮੈਂ ਦੇਖਿਆ ਬਾਹਰ ਬੈਠ ਕੇ ਬੰਦੇ ਕਹਿਣਗੇ ਯਾਰ ਰਾਜਨੀਤੀ ਬੜੀ ਗੰਦੀ ਹੈ ਜੀ, ਰਾਜਨੀਤੀ ਬੜੀ ਗੰਦੀ ਗੇਮ ਆ ਜੀ। ਜੀ ਪਰ ਜੇ ਚੰਗੇ ਬੰਦੇ ਰਾਜਨੀਤੀ ਦੇ ਵਿੱਚ ਨਹੀਂ ਆਉਣਗੇ, ਫਿਰ ਰਾਜਨੀਤੀ ਚੰਗੀ ਕਿੱਦਾਂ ਹੋਊਗੀ? ਬਿਲਕੁਲ ਇਸ ਕਰਕੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਡੇ ਸਰੋਤਿਆਂ ਨੂੰ ਕਹਿਣਾ, ਜਿਹੜੇ ਨੌਜਵਾਨ ਜਿਹੜਾ ਚਾਹੁੰਦੇ ਆ ਵੀ ਸੁਸਾਇਟੀ ਚੰਗੀ ਹੋਵੇ ਜਾਂ ਸਾਡਾ ਜੀ ਪੰਜਾਬ ਚੰਗਾ ਹੋਵੇ, ਸਾਡਾ ਸੂਬਾ ਚੰਗਾ ਹੋਵੇ, ਉਹਨਾਂ ਨੂੰ ਜੀ ਬਿਲਕੁਲ ਇਸ ਰਾਜਨੀਤੀ ਦੇ ਵਿੱਚ ਆਉਣਾ ਚਾਹੀਦਾ।
ਤੇ ਇੱਕ ਚੰਗੀ ਐਗਜ਼ਾਮਪਲ ਸੈੱਟ ਕਰਨੀ ਚਾਹੀਦੀ ਹੈ। ਜੇ ਗੱਲ ਕਰੀਏ ਸਰਕਾਰਾਂ ਦੀ ਜਾਂ ਨਸ਼ੇ ਦੀ, ਨਸ਼ੇ ਨੂੰ ਜੇ ਆਪਾਂ ਕਾਊਂਟਰ ਕਰਨਾ, ਉਹਦੇ ਵਾਸਤੇ ਮੇਰਾ ਆਪਦਾ ਨਿੱਜੀ ਤਜਰਬਾ ਵਾ, ਸਪੋਰਟਸ ਨਾਲੋਂ ਵੱਡੀ ਕੋਈ ਚੀਜ਼ ਨਹੀਂ। ਜਿੰਨਾ ਆਪਾਂ ਸਪੋਰਟਸ ਨੂੰ ਪ੍ਰਮੋਟ ਕਰਾਂਗੇ ਤਾਂ ਹੀ ਆਪਾਂ ਨਸ਼ਾ ਖਤਮ ਕਰ ਸਕਦੇ ਹਾਂ। ਫਿਰ ਪੋਲੀਟੀਕਲ ਗੱਲ ਆ ਜਾਂਦੀ ਹੈ। 2007 ਤੋਂ ਲੈ ਕੇ 17 ਤੱਕ ਸਰਕਾਰ ਰਹੀ ਹੈ, 5 ਕਬੱਡੀ ਕੱਪ ਕਰਾਇਆ ਅਕਾਲੀ ਦਲ ਨੇ, 2,28,780 ਇੰਪਲੋਇਮੈਂਟਸ ਦਿੱਤੀਆਂ ਗਈਆਂ ਨੇ, 5490 ਜਿਮ ਦਿੱਤੇ ਗਏ ਆ 12,000 ਪਿੰਡਾਂ ਦੇ ਵਿੱਚ। ਤੇ ਜਿਹੜੀਆਂ ਸਪੋਰਟਸ ਕਿੱਟਾਂ ਦੀ ਮਤਲਬ ਕਿ ਗਿਣਤੀ ਆਈ ਥਿੰਕ 23,553 ਕਿੱਟਸ ਜਿਹੜੀਆਂ ਵੰਡੀਆਂ ਗਈਆਂ 10 ਸਾਲਾਂ ਦੇ ਵਿੱਚ। ਸੋ ਇਹ ਚੀਜ਼ਾਂ ਬਹੁਤ ਜ਼ਰੂਰੀ ਹੈ। ਜਿਹੜੀਆਂ ਸਰਕਾਰਾਂ ਇਸ ਚੀਜ਼ ਬਾਰੇ ਸੋਚਦੀਆਂ ਨੇ, ਲੀਡਰਸ ਨੂੰ ਚਾਹੀਦਾ ਵੀ ਸਪੋਰਟਸ ਨੂੰ ਪ੍ਰਮੋਟ ਕੀਤਾ ਜਾਵੇ। ਤੇ ਹੁਣੇ ਲੇਟੈਸਟ ਆਪਾਂ ਸਾਲ 2 ਸਾਲ ਤੋਂ ਜੋ ਕਰੋਨਾ ਦੀ ਮਾਰ ਚੱਲ ਰਹੇ ਆ, ਇਹਦੇ ਵਿੱਚ ਸਾਨੂੰ ਸਿਸਟਮ ਦੇ ਵਿੱਚ ਇੱਕ ਪਤਾ ਲੱਗਿਆ ਵੀ ਆਪਣਾ ਹੈਲਥ ਸਿਸਟਮ ਬਹੁਤ ਜ਼ਿਆਦਾ ਕਮਜ਼ੋਰ ਆ। ਜੇ ਜਦੋਂ ਪ੍ਰਾਈਵੇਟ ਹਸਪੀਟਲਸ ਨੂੰ ਤਾਲੇ ਲੱਗ ਗਏ, ਕਿਸੇ ਨੇ ਸਾਨੂੰ ਅੰਦਰ ਨਹੀਂ ਵਾੜਿਆ, ਤਾਂ ਸਾਨੂੰ ਸਾਂਭਿਆ ਕਿ ਇਹਨਾਂ ਨੇ ਗਵਰਨਮੈਂਟ ਹਸਪੀਟਲਸ ਨੇ। ਸੋ ਜਿਹੜਾ ਇਹ ਬਹੁਤ ਪੂਅਰ ਆ, ਇਹਦੇ ਵਿੱਚ ਬਹੁਤ ਵੱਡੀ ਇੰਪਲੋਇਮੈਂਟ ਹੋ ਸਕਦੀ ਹੈ, ਬਹੁਤ ਵੱਡੀ ਐਜੂਕੇਸ਼ਨ ਹੋ ਸਕਦੀ ਹੈ। ਅੱਜ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਬੈਠੇ ਆ, ਕੋਈ ਵੀ ਇੱਕ ਨਰਸਿੰਗ ਕਾਲਜ ਜਾਂ ਡਾਕਟਰੀ ਕਾਲਜ ਮੈਨੂੰ ਲੱਗਦਾ ਨਹੀਂ ਸਰਕਾਰੀ ਇੱਕ ਵੀ ਹੈ ਨਹੀਂ ਸਾਰੇ ਜ਼ਿਲ੍ਹੇ ਦੇ ਵਿੱਚ। ਸੋ ਗਵਰਨਮੈਂਟ ਅਦਾਰਿਆਂ ਨੂੰ ਮਜ਼ਬੂਤ ਕਰਨਾ ਇੱਕ ਸੂਬੇ ਦੀ ਤਰੱਕੀ ਦਾ ਬੜਾ ਵੱਡਾ ਰਾਹ ਵਾ। ਕੋਈ ਵੀ ਸਰਕਾਰ ਹੋਵੇ, ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ, ਗਵਰਨਮੈਂਟ ਅਦਾਰੇ ਜੋ ਵੀ ਆ, ਭਾਵੇਂ ਗਵਰਨਮੈਂਟ ਸਕੂਲਸ ਨੇ, ਭਾਵੇਂ ਗਵਰਨਮੈਂਟ ਹਸਪੀਟਲਸ ਨੇ, ਜਿੰਨਾ ਆਪਾਂ ਇਹਨਾਂ ਨੂੰ ਅਦਾਰਿਆਂ ਨੂੰ ਮਜ਼ਬੂਤ ਕਰਾਂਗੇ, ਉਹ ਸਾਡੀ ਸੁਸਾਇਟੀ ਵਾਸਤੇ ਵਧੀਆ ਹੋਊਗਾ, ਸਾਡਾ ਸੂਬਾ ਵੀ ਤਰੱਕੀ ਕਰੂਗਾ ਤੇ ਅਸੀਂ ਸੇਫ ਵੀ ਹੋਵਾਂਗੇ। ਕਿਉਂਕਿ ਪ੍ਰਾਈਵੇਟ ਹਸਪੀਟਲ ਜਾਂ ਪ੍ਰਾਈਵੇਟ ਡਾਕਟਰ ਸਿਰਫ ਪੈਸਿਆਂ ਬਾਰੇ ਸੋਚਦੇ ਆ। ਜੇ ਸਰਕਾਰੀ ਅਦਾਰੇ ਦਾ ਬੰਦਾ ਹੋਊਗਾ, ਉਹਨੂੰ ਕਿਤੇ ਨਾ ਕਿਤੇ ਗਵਰਨਮੈਂਟ ਦੇ ਬਾਰੇ ਪ੍ਰੈਸ਼ਰ ਹੋਊਗਾ, ਗਵਰਨਮੈਂਟ ਦੇ ਉੱਪਰ ਅਫਸਰ ਬੈਠੇ ਹੋਣਗੇ ਕਿਸੇ ਨਾ ਕਿਸੇ ਰਿਲੇਟਡ ਚੇਨਸ ਨਾਲ ਬੰਦੇ ਹੁੰਦੇ ਆ ਬੰਦੇ। ਸੋ ਇਹ ਚੀਜ਼ਾਂ ਨੂੰ ਪ੍ਰਮੋਟ ਕਰਨਾ ਬੜਾ ਜ਼ਰੂਰੀ ਆ। ਨਸ਼ੇ ਨੂੰ ਸਿਰਫ ਕਹਿਣਾ, ਬਲੇਮ ਕਰਨਾ ਬੜਾ ਸੌਖਾ, ਪਰ ਮੈਂ ਕਹਿੰਦਾ ਵੀ ਵੱਧ ਤੋਂ ਵੱਧ ਆਪਾਂ ਨੂੰ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਸਪੋਰਟਸ ਨੂੰ ਪ੍ਰਮੋਟ ਕਰਨਾ ਚਾਹੀਦਾ। ਸਪੋਰਟਸ ਪ੍ਰਮੋਟ ਕਰਾਂਗੇ, ਜੇ ਨੌਜਵਾਨ ਮੈਡਲਸ ਲੈ ਕੇ ਆਉਣਗੇ, ਉਹ ਐਗਜ਼ਾਮਪਲ ਸੈੱਟ ਕਰਨਗੇ ਆਪਦੇ ਪਿੰਡ ਵਾਸਤੇ, ਆਪਦੇ ਸ਼ਹਿਰ ਵਾਸਤੇ। ਜੋ ਮੈਡਲਸ ਲੈ ਕੇ ਆਉਂਦਾ, ਉਹਨਾਂ ਨੂੰ ਚੰਗਾ ਇਨਾਮ ਦੇਣਾ ਚਾਹੀਦਾ ਵਾ, ਰਿਵਾਰਡ ਦੇਣਾ ਚਾਹੀਦਾ। ਜਿਹੜੀਆਂ ਹੁਣ ਭਰਤੀ, ਜਿਹੜੀਆਂ ਕਹਿ ਰਹੇ ਵੀ ਮੇਰੇ ਤੋਂ ਪਹਿਲਾਂ ਗੱਲ ਕਰਕੇ ਹਟਿਆ ਵੀ ਐਮਐਲਏ ਦੇ ਮੁੰਡਿਆਂ ਨੂੰ ਨੌਕਰੀਆਂ ਦਿੱਤੀਆਂ ਨੇ। ਅਸੀਂ ਕੱਲ ਜਾ ਕੇ ਆਏ ਪਾਂਡੇ ਸਾਹਿਬ ਦੇ ਘਰੇ ਯੂਥ ਅਕਾਲੀ ਦਲ ਵੱਲੋਂ, ਉਹਨਾਂ ਨੂੰ ਲੱਡੂ ਵੀ ਖਿਲਾ ਕੇ ਆਏ ਆ, ਤੇ ਉਹਨਾਂ ਨੇ ਸਾਨੂੰ ਜਵਾਬ ਕੀ ਦਿੱਤਾ ਵੀ ਮੈਂ ਨੌਕਰੀ ਨਹੀਂ ਮੰਗੀ, ਨੌਕਰੀ ਮੈਨੂੰ ਦਿੱਤੀ ਗਈ ਆ, ਤਰਸ ਦੇ ਆਧਾਰ ਤੇ ਦਿੱਤੀ ਗਈ। ਅਸੀਂ ਬੜਾ ਪਾਂਡੇ ਸਾਹਿਬ ਨੂੰ ਕਿਹਾ ਵੀ 6 ਵਾਰੀ ਤੁਸੀਂ ਐਮਐਲਏ ਰਹਿ ਚੁੱਕੇ ਹੋ, ਵੀ ਸਾਨੂੰ ਤਾਂ ਇਹ ਲੱਗਦਾ ਵੀ ਤੁਸੀਂ ਡਿਜ਼ਰਵ ਕਰਦੇ ਸੀ ਮਿਨਿਸਟਰੀ, ਸ਼ਾਇਦ ਤੁਹਾਨੂੰ ਖੁਸ਼ ਕਰਨ ਵਾਸਤੇ ਤੁਹਾਨੂੰ ਮਿਨਿਸਟਰੀ ਦਿੱਤੀ ਨਹੀਂ ਗਈ, ਤਾਂ ਕਰਕੇ ਤੁਹਾਨੂੰ ਇੱਕ ਨਾਇਬ ਤਹਿਸੀਲਦਾਰੀ ਨੌਕਰੀ ਦੇ ਦਿੱਤੀ ਗਈ। ਚਲੋ ਉਹਨਾਂ ਨੇ ਬੜਾ ਸਾਨੂੰ ਕਿਹਾ ਵੀ ਮੈਂ ਤੁਹਾਡੇ ਬਲਬਲੇ ਸੀਐਮ ਸਾਹਿਬ ਕੋ ਰੱਖੂ, ਗਵਰਨਮੈਂਟ ਆਫ ਪੰਜਾਬ ਕੋ ਰੱਖੂ। ਅਸੀਂ ਕਿਹਾ ਜੀ ਮਿਲਦੇ ਤਾਂ ਤੁਹਾਨੂੰ ਨਹੀਂ, ਸਾਨੂੰ ਮਿਲਣਾ ਤਾਂ ਕੀ ਆ ਵੀ ਸਾਡੀਆਂ ਗੱਲਾਂ ਕਰੋ, ਵੀ ਨੌਜਵਾਨ ਚਾਹੁੰਦਾ ਨੌਕਰੀ। ਤੁਸੀਂ ਆਪਾਂ ਐਫੀਡੇਵਿਟ ਭਰਦੇ ਆ ਜਦੋਂ ਘਰ ਘਰ ਨੌਕਰੀ ਪੱਕੀ, ਉਹ ਗੱਲਾਂ ਸਿਰਫ ਚੋਣ ਵਾਅਦੇ ਹੀ ਰਹਿ ਜਾਂਦੇ ਆ। ਸੋ ਇਹ ਚੀਜ਼ਾਂ ਅੱਜ ਸਵਾਲ ਪੁੱਛਣਾ ਚਾਹੀਦਾ ਹਰੇਕ ਨੌਜਵਾਨਾਂ ਨੂੰ ਵੀ ਜਿਹੜੇ ਤੁਸੀਂ ਵਾਅਦੇ ਕਰਦੇ ਹੋ ਜਾਂ ਝੂਠ ਬੋਲਦੇ ਹੋ, ਜੋ ਵੀ ਲਾਰੇ ਲਾਉਂਦੇ ਹੋ, ਜਾਂ ਤਾਂ ਸੱਚਾਈ 'ਚ ਪੂਰੇ ਕਰੋ, ਜਾਂ ਫਿਰ ਸਾਡੇ ਤੋਂ ਵੋਟ ਮੰਗਣ ਦਾ ਦੁਬਾਰਾ ਉਸ ਬੰਦੇ ਨੂੰ ਹੱਕ ਨਾ ਰਹੇ। ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਪ੍ਰਭਜੋਤ ਜੀ, ਹਰਸ਼ ਜੀ ਤੇ ਗੁਰਨੂਰ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਵਾਕਈ ਹੀ ਜੋ ਹੁਣ ਹਾਲਾਤ ਬਣ ਚੁੱਕੇ ਨੇ ਰੋਜ਼ਗਾਰ ਨੂੰ ਲੈ ਕੇ, ਨੌਕਰੀਆਂ ਨੂੰ ਲੈ ਕੇ, ਨੌਜਵਾਨ ਵਾਕਈ ਪੰਜਾਬ 'ਚ ਨਹੀਂ ਰਹਿਣਾ ਚਾਹੁੰਦੇ ਨੇ, ਪਰ ਇਹ ਸਿਸਟਮ ਅਜੇ ਵੀ ਸੁਧਾਰਿਆ ਜਾ ਸਕਦਾ ਜੇ ਥੋੜ੍ਹਾ ਜਿਹਾ, ਜਿੱਦਾਂ ਕਿ ਇਹਨਾਂ ਨੇ ਸਲਾਹ ਦਿੱਤੀ ਹੈ। ਸਭ ਤੋਂ ਪਹਿਲੇ ਤੇ ਨੌਜਵਾਨਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਜਦੋਂ ਹੁਣ ਇਲੈਕਸ਼ਨ ਆਉਂਦੇ ਨੇ ਤਾਂ ਲੀਡਰ ਸੋਚ ਸਮਝ ਕੇ ਚੁਣਨ, ਕਿਉਂਕਿ ਲੀਡਰ ਦੇ ਸਿਰ ਤੇ ਹੀ ਸਾਰੀ ਤਰੱਕੀ ਹੁੰਦੀ ਹੈ, ਸਭ ਕੁਝ ਹੁੰਦਾ ਹੈ। ਸੋ ਇਸ ਲਈ ਇਸ ਆਪਣੇ ਵੋਟ ਅਧਿਕਾਰ ਦੀ ਵਰਤੋਂ ਬਹੁਤ ਸੋਚ ਸਮਝ ਕੇ ਕੀਤੀ ਜਾਏ। ਤੇ ਦੂਜਾ, ਸਰਕਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਤਸ਼ਾਹਿਤ ਜ਼ਰੂਰ ਕਰਨ, ਉਦਯੋਗ ਦੇ ਮੌਕੇ ਲਿਆਉਣ, ਇੱਥੇ ਰੁਜ਼ਗਾਰ ਦੇ ਮੌਕੇ ਲਿਆਉਣ, ਤਾਂ ਨੌਜਵਾਨ ਜਿਹੜੇ ਨੇ ਉਹ ਬਾਹਰ ਦਾ ਰੁਖ ਨਹੀਂ ਕਰਨਗੇ, ਇੱਥੇ ਵੀ ਟਿਕ ਸਕਦੇ ਨੇ। ਸੋ ਮੁੱਦਾ ਬੇਹੱਦ ਗੰਭੀਰ ਹੈ, ਪਰ ਸਮਾਂ ਹੁਣ ਇਜਾਜ਼ਤ ਨਹੀਂ ਦੇ ਰਿਹਾ ਹੋਰ ਗੱਲਾਂ ਕਰਨ ਦੀਆਂ। ਸੋ ਫਿਲਹਾਲ ਮੁੜ ਤੋਂ ਨਵਾਂ ਮੁੱਦਾ ਲੈ ਕੇ ਹਾਜ਼ਰ ਹੋਵਾਂਗੇ। ਇਜਾਜ਼ਤ ਦਿਓ, ਧੰਨਵਾਦ।